ਸਾਹਿਬ ਜੀ ਕੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਇਤਿਹਾਸ ਦੀਆਂ ਵਿਚਾਰਾਂ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈਐ, ਹਰ ਸਿਉ ਰਹੈ ਸਮਾਏ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 36 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਮਨਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਚੱਲ ਰਹੀ ਲੜੀ ਦੇ ਪ੍ਰਕਰਨ ਵਿੱਚ ਸਤਿਗੁਰੂ ਜੀ ਇੱਕ ਪਾਵਨ ਬਚਨ ਅੱਜ ਹੋਰ ਅੰਕਿਤ ਕਰਦੇ ਨੇ, ਜਿਹਦੇ ਅੰਦਰ ਸਤਿਗੁਰੂ ਜੀ ਨੇ ਮਨ ਨੂੰ ਸੰਬੋਧਨ ਕਰਕੇ ਤੇ ਆਨੰਦ ਦੇ ਨਾਲ ਗੁਣਾਂ ਨੂੰ ਗਾਉਣ ਦੀ ਬਾਤ ਕਰ ਰਹੇ ਨੇ ਵੀ ਮਨਾ ਆਨੰਦ ਵਿੱਚ ਰਹਿ ਕੇ ਉਸ ਪਰਮੇਸ਼ਵਰ ਜੀ ਦੇ, ਪ੍ਰਭੂ ਜੀ ਦੇ ਗੁਣਾਂ ਨੂੰ ਗਾ। ਜਦੋਂ ਆਨੰਦ ਵਿੱਚ ਰਹਿ ਕੇ ਰੱਬ ਜੀ ਦੇ ਗੁਣਾਂ ਨੂੰ ਗਾਉਣ ਦੀ ਬਾਤ ਆਪਾਂ ਗੁਰੂ ਸਾਹਿਬ ਜੀ ਜਦੋਂ ਬਖਸ਼ਿਸ਼ ਕਰ ਰਹੇ, ਤੇ ਇੱਕ ਖਿਆਲ ਰੱਖੋ ਬਾਣੀ ਵਿੱਚ ਸਤਿਗੁਰੂ ਜੀ ਦਾ ਬੜਾ ਪਿਆਰਾ ਬੋਲ ਹੈ। ਉੱਥੇ ਮਾਲਕ ਜੀ ਇਸ ਗੱਲ ਦਾ ਪ੍ਰਗਟਾਵਾ ਕਰਦੇ ਨੇ ਵੀ ਕੋਈ ਵੀ ਕਾਰਜ ਹੈ, ਕਿਸੇ ਵੀ ਤਰ੍ਹਾਂ ਦਾ ਕਾਰਜ ਕਰਨ ਲੱਗਿਆਂ ਸਭ ਤੋਂ ਪਹਿਲਾਂ ਪ੍ਰਸੰਨਤਾ ਦਾ ਹੋਣਾ ਲਾਜ਼ਮੀ ਹੈ। ਪ੍ਰਸੰਨਤਾ ਤੋਂ ਬਿਨਾ, ਖੁਸ਼ੀ ਤੋਂ ਬਿਨਾ ਕੀਤਾ ਹੋਇਆ ਕਾਰਜ ਕਿਸੇ ਲੇਖੇ ਵਿੱਚ ਨਹੀਂ, ਉਹ ਵਿਅਰਥ ਹੈ। ਉਹਦਾ ਨਾ ਕੋਈ ਗੁਣ ਹੈ ਤੇ ਨਾ ਹੀ ਕੋਈ ਉਪਕਾਰ। ਉੱਥੇ ਸਤਿਗੁਰੂ ਜੀ ਪਾਵਨ ਬਚਨ ਆਖਦੇ, ਬੱਧਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਰੱਬ ਜੀ ਨੂੰ ਚੇਤੇ ਕਰਨ ਲੱਗਿਆਂ ਬੱਧਾ ਚੱਟੀ ਨਹੀਂ, ਪਰਮੇਸ਼ਵਰ ਦੇ ਗੁਣਾਂ ਨੂੰ ਗਾਉਣ ਲੱਗਿਆਂ ਬੱਧਾ ਚੱਟੀ ਨਹੀਂ, ਜ਼ਬਰੀ ਨਹੀਂ। ਰੱਬ ਜੀ ਦੇ ਗੁਣ ਤੇ ਪ੍ਰਸੰਨਤਾ ਸਹਿਤ ਹੈ, ਖੁਸ਼ੀ ਸਹਿਤ ਹੈ,
ਪ੍ਰਸੰਨਤਾ ਨਾਲ ਗਾਉਣੇ, ਖੁਸ਼ੀ ਨਾਲ ਗਾਉਣੇ, ਪਰਮੇਸ਼ਰ ਦੀ ਜਿੰਨੀ ਵਡਿਆਈ ਕਰਨੀ ਉਹ ਸਾਰੀ ਆਨੰਦ ਵਿੱਚ ਰਹਿ ਕੇ ਕਰਨੀ। ਕਿਉਂਕਿ ਜਦੋਂ ਰੱਬ ਜੀ ਦੀ ਵਡਿਆਈ ਬੱਧਾ ਚੱਟੀ ਕਰਾਂਗੇ ਤੇ ਸੁਭਾਵਿਕ ਜਿਹੀ ਗੱਲ ਹੈ ਵੀ ਓਨਾ ਕਚਰੀ ਹੈ ਜਿੰਨਾ ਕਚਰ ਬੱਧਾ ਚੱਟੀ ਹੈ, ਜਿੰਨਾ ਕਚਰ ਮਜਬੂਰੀ ਕਹਿ ਸਕਦੇ ਹਾਂ। ਫਿਰ ਆਪਾਂ ਵੀ ਮਜਬੂਰੀ ਵਸ ਹੋ ਕੇ ਬੰਦਾ ਲੱਗਾ ਹੋਇਆ ਜੀ। ਜਿਹੜੇ ਕਾਰਜ ਨੂੰ ਕਰਨ ਵਾਸਤੇ ਮਨ ਤਿਆਰ ਨਹੀਂ ਹੈ, ਜਿਸ ਕਾਰਜ ਨੂੰ ਕਰਨ ਵਾਸਤੇ ਸਾਡਾ ਹਿਰਦਾ ਸਾਨੂੰ ਪ੍ਰਵਾਨਗੀ ਨਹੀਂ ਦੇ ਰਿਹਾ, ਉਹ ਕਿੰਨਾ ਕੁ ਚਿਰ ਅਸੀਂ ਕਰ ਲਾਂਗੇ। ਜਿਹੜੇ ਕਾਰਜ ਨੂੰ ਕਰਨ ਵਾਸਤੇ ਸਾਡਾ ਮਨ ਇਨਕਾਰੀ ਹੈ ਵੀ ਇਹ ਕਾਰਜ ਨਹੀਂ ਕਰਨਾ, ਜੇ ਕੋਈ ਜ਼ਬਰੀ ਸਾਡੇ ਕੋਲੋਂ ਉਹ ਕਾਰਜ ਕਰਵਾਏਗਾ ਤੇ ਅਸੀਂ ਕਿੰਨਾ ਕੁ ਚਿਰ ਕਰ ਲਾਂਗੇ। ਸੁਭਾਵਿਕ ਜਿਹੀ ਗੱਲ ਹੈ ਵੀ ਜੇ ਕੋਈ ਜ਼ਬਰੀ ਕਾਰਜ ਕਰਵਾ ਰਿਹਾ ਤੇ ਉਹਨਾਂ ਕੁ ਚਿਰ ਹੀ ਕਰਾਂਗੇ ਜਿੰਨਾ ਕੁ ਚਿਰ ਸਿਰ ਤੇ ਖੜੋਤਾ ਹੈ, ਮੁੜ ਕੇ ਛੱਡ ਦਾਂਗੇ। ਜੇ ਕੋਈ ਮਜਬੂਰੀ ਵਸ ਕਾਰਜ ਕੀਤਾ ਜਾ ਰਿਹਾ ਤੇ ਫਿਰ ਉਹਨਾਂ ਕੁ ਚਿਰ ਕਰਾਂਗੇ ਜਿੰਨਾ ਕੁ ਚਿਰ ਮਜਬੂਰੀ ਹੈ, ਮਜਬੂਰੀ ਹਟ ਕੇ ਛੱਡ ਦਾਂਗੇ। ਇਹ ਨਹੀਂ ਹੋਏਗਾ। ਜੇ ਕੋਈ ਲਾਲਸਾ ਹੈ, ਲਾਲਚ ਹੈ, ਉਹਨਾਂ ਕੁ ਚਿਰ ਕਰਾਂਗੇ ਵੀ ਜਿੰਨਾ ਕੁ ਚਿਰ ਲਾਲਚ ਪੂਰਾ ਨਾ ਹੋ ਜਾਏ। ਜਿੱਦਣ ਲਾਲਚ ਪੂਰਾ ਹੋ ਗਿਆ ਉਦੋਂ ਫੇਰ ਛੱਡ ਦਾਂਗੇ। ਕਿਸੇ ਵੀ ਕਾਰਜ ਨੂੰ ਕਰਨ ਵਾਸਤੇ ਮੰਨਿਆ ਜਾਂਦਾ ਹੈ ਵੀ ਬੰਦਾ ਜਦੋਂ ਕੋਈ ਕਾਰਜ ਕਰਦਾ ਜਾਂ ਮਜਬੂਰੀ ਵਸ ਹੋ ਕੇ ਕਰਦਾ ਜਾਂ ਸ਼ੌਂਕ ਸਹਿਤ ਕਰਦਾ ਜਾਂ ਮਨੁੱਖ ਜਿਹੜਾ ਹੈ ਉਹ ਲਾਲਚ ਵਿੱਚ ਆ ਕੇ ਤੇ ਲੁਭਾਏਮਾਨ ਹੋ ਕੇ ਫਿਰ ਕਾਰਜ ਕਰਦਾ ਜਾਂ ਡਰ ਦੇ ਤੌਰ ਤੇ ਕਰਦਾ। ਜੇ ਤੇ ਡਰ ਤੌਰ ਤੇ ਕਰ ਰਿਹਾ, ਸੁਭਾਵਿਕ ਜਿਹੀ ਗੱਲ ਹੈ, ਜਿੰਨਾ ਚਿਰ ਡਰ ਹੈ ਉਹਨਾਂ ਚਿਰ ਕਾਰਜ ਹੈ। ਜੇ ਲਾਲਚ ਤੌਰ ਤੇ ਕਰ ਰਿਹਾ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਲਾਲਚ ਹੈ। ਤੇ ਜੇ ਮਜਬੂਰੀ ਵਸ ਹੋ ਕੇ ਕਰ ਰਿਹਾ ਫਿਰ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਮਜਬੂਰੀ ਹੈ। ਤੇ ਜੇ ਪ੍ਰਸੰਨਤਾ ਸਹਿਤ ਕਰ ਰਿਹਾ ਫਿਰ ਆਨੰਦ ਸਹਿਤ ਕਰ ਰਿਹਾ, ਫਿਰ ਆਖ ਸਕਦੇ ਹਾਂ ਵੀ ਆਨੰਦ ਲੈ ਰਿਹਾ, ਆਨੰਦ ਮਾਣ ਰਿਹਾ ਤੇ ਆਨੰਦ ਮਾਣਦਾ ਹੋਇਆ ਇਸ ਕਾਰਜ ਨੂੰ ਕਰਦਾ ਰਹੇਗਾ। ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹੋ ਬਾਤ ਅੱਜ ਸਾਡੇ ਮਨਾਂ ਨੂੰ ਸੰਬੋਧਨ ਕਰਕੇ ਸਮਝਾਈ ਕਿ ਮਨਾ, ਪਰਮੇਸ਼ਵਰ ਨੂੰ ਆਰਾਧਨ ਲੱਗਿਆਂ ਇਹ ਨਾ ਸੋਚ ਕੇ ਆਰਾਧੀ ਕਿ ਮੇਰੀ ਮਜਬੂਰੀ ਹੈ। ਰੱਬ ਜੀ ਨੂੰ ਚੇਤੇ ਕਰਨ ਲੱਗਿਆਂ ਇਹ ਨਾ ਸੋਚ ਕੇ ਚੇਤੇ ਕਰੀ ਕਿ ਮੈਂ ਆਹ ਕੁਛ ਰੱਬ ਕੋਲੋਂ ਲੈਣਾ। ਰੱਬ ਨੂੰ ਚੇਤੇ ਕਰਨ ਲੱਗਿਆਂ ਕਦੇ ਡਰ ਕੇ ਜਾਂ ਖੌਫ ਵਿੱਚ ਆ ਕੇ ਰੱਬ ਚੇਤਾ ਨਾ ਕਰੀ। ਜਦੋਂ ਵੀ ਰੱਬ ਨੂੰ ਚੇਤੇ ਕਰਨਾ ਉਦੋਂ ਆਨੰਦ ਵਿੱਚ ਆ ਕੇ ਚੇਤੇ ਕਰੀ। ਕਿਉਂਕਿ ਸਾਡੇ ਸਤਿਗੁਰੂ ਜੀ ਨੇ ਜਦੋਂ ਸਾਨੂੰ ਉਪਦੇਸ਼ ਦਿੱਤਾ ਨਾ, ਤੇ ਉਪਦੇਸ਼ ਦਿੰਦਿਆਂ ਮਾਲਕ ਜੀ ਬਾਣੀ ਰਾਹੀਂ ਇੱਥੋਂ ਤੱਕ ਵੀ ਸਮਝਾਉਂਦੇ ਸਾਨੂੰ ਕਿ ਡਰ ਵਿੱਚ ਆ ਕੇ, ਖੌਫ ਵਿੱਚ ਆ ਕੇ ਜੇ ਕੋਈ ਤੈਨੂੰ ਨਾਮ ਬਦਲ ਕੇ ਵੀ ਰੱਬ ਨੂੰ ਚੇਤੇ ਕਰਨ ਨੂੰ ਆਖੇ ਨਾ ਤੇ ਫਿਰ ਉਹ ਵੀ ਨਹੀਂ ਕਰਨਾ। ਜਿਹਨੂੰ ਆਪਾਂ ਭਗਤ ਨਾਮਦੇਵ ਜੀ ਦੀ ਪਾਵਨ ਰਸਨਾ ਤੋਂ ਪੜ੍ਹਦੇ ਹਾਂ, ਉਥੇ ਸਮੇਂ ਦੇ ਹਾਕਮ ਵੱਲੋਂ ਤੇ ਇਹੋ ਆਖਿਆ ਜਾਂਦਾ ਹੈ ਨਾ ਵੀ ਰਾਮ ਕਹਿਣ ਦੀ ਬਾਤ ਛੱਡ ਦੇ ਤੇ ਖੁਦਾ ਖੁਦਾ ਕਹਿਣ ਲੱਗ ਜਾ। ਜੇ ਤੇ ਭਗਤ ਦੀ ਗੱਲ ਕਰਾਂਗੇ ਫਿਰ ਉਹ ਇਹਨਾਂ ਚੀਜ਼ਾਂ ਤੋਂ ਉਪਰਾਮ ਹੈ। ਉਹ ਭਾਵੇਂ ਖੁਦਾ ਕਹਿ ਲੇ ਤੇ ਭਾਵੇਂ ਰਾਮ ਕਹਿ ਲੇ, ਉਹਦਾ ਮਕਸਦ ਰੱਬ ਚੇਤੇ ਕਰਨ ਦਾ ਹੈ। ਉਹਦਾ ਮਕਸਦ ਨਾਮ ਨਹੀਂ ਵੀ ਮੈਂ ਲੈ ਕੀ ਰਿਹਾ, ਉਹਦਾ ਮਕਸਦ ਹੈ ਕਿ ਮੈਂ ਬੰਦਗੀ ਕਿਸ ਦੀ ਕਰ ਰਿਹਾ। ਪਰਮੇਸ਼ਵਰ ਦੀ ਬੰਦਗੀ ਕਰ ਰਿਹਾ, ਖੁਦਾ ਦੀ ਬੰਦਗੀ ਕਰ ਰਿਹਾ, ਰੱਬ ਦੀ ਬੰਦਗੀ ਕਰ ਰਿਹਾ, ਪਰਮੇਸ਼ਵਰ ਜੀ ਦੀ, ਪ੍ਰਭੂ ਜੀ ਦੀ ਬੰਦਗੀ ਕਰ ਰਿਹਾ, ਨਾਮ ਕੋਈ ਹੋਵੇ। ਉੱਥੇ ਹਾਕਮ ਦੁਆਰਾ ਬਕਾਇਦਾ ਭਗਤ ਨਾਮਦੇਵ ਜੀ ਨੂੰ ਰਾਮ ਰਾਮ ਕਹਿਣ ਤੋਂ ਇਨਕਾਰੀ ਹੋ ਕੇ ਤੇ ਖੁਦਾ ਖੁਦਾ ਕਹਿਣ ਵਾਸਤੇ ਆਖਿਆ ਜਾ ਰਿਹਾ ਵੀ ਤੂੰ ਖੁਦਾ ਕਹਿ। ਉਹ ਕਹਿੰਦੇ ਵੀ ਨਹੀਂ, ਆਹ ਕੰਮ ਨਹੀਂ ਹੋਣਾ। ਰਾਮ ਆਖਦਾ ਸੀ ਰਾਮ ਹੀ ਆਖਾਂਗਾ, ਜੇ ਜਬਰੀ ਤੁਸੀਂ ਖੁਦਾ ਅਖਵਾਉਣਾ ਚਾਹੁੰਦੇ ਹੋ ਤੇ ਕਦੇ ਵੀ ਨਹੀਂ। ਫਿਰ ਬਕਾਇਦਾ ਉੱਥੇ ਜੋ ਹਾਲਾਤ ਬਣੇ ਜਾਂ ਜੋ ਵੀ ਉਹ ਸਾਰੀਆਂ ਉੱਥੇ ਕੰਡੀਸ਼ਨਸ ਬਣੀਆਂ, ਉਹ ਸਾਰੀਆਂ ਦੀਆਂ ਸਾਰੀਆਂ ਇੱਥੋਂ ਤੱਕ
ਭਗਤ ਨਾਮਦੇਵ ਜੀ ਦੇ ਕੋਲ ਆ ਕੇ ਉਹਨਾਂ ਦੀ ਮਾਤਾ ਵੀ ਕਹਿ ਰਹੀ ਹੈ ਵੀ ਤੂੰ ਰਾਮ ਕਹਿਣ ਨੂੰ ਛੱਡ, ਖੁਦਾ ਖੁਦਾ ਕਹਿਣ ਲੱਗ ਜਾ। ਕਿੱਡੀ ਕੁ ਵੱਡੀ ਗੱਲ ਹੈ। ਕਹਦੇ ਖੁਦਾ ਇੱਕ ਵਾਰੀ ਤੈਨੂੰ ਬਖਸ਼ ਦੇਣਗੇ। ਕਹਿੰਦੇ ਵੀ ਨਹੀਂ, ਜਬਰੀ ਨਹੀਂ। ਇਹ ਕਹਿਣਾ ਤੇ ਮਨਜ਼ੂਰ ਹੈ ਵੀ ਤੂੰ ਮੇਰੀ ਮਾਂ ਨਹੀਂ, ਪਰ ਮੈਂ ਰਾਮ ਤੋਂ ਖੁਦਾ ਨਹੀਂ ਕਹਿਣਾ। ਜੇ ਕੋਈ ਜਬਰੀ ਅਖਵਾਉਣਾ ਚਾਹੁੰਦਾ ਤੇ ਜਬਰੀ ਨਹੀਂ, ਡਰ ਨਾਲ ਨਹੀਂ। ਆਨੰਦ ਆਏਗਾ, ਪ੍ਰਸੰਨਤਾ ਆਏਗੀ, ਖੁਸ਼ੀ ਆਏਗੀ ਤੇ ਖੁਦਾ ਵੀ ਕਹਿ ਦਾਂਗਾ। ਪਰ ਜੇ ਕੋਈ ਡਰ ਨਾਲ, ਖੌਫ ਨਾਲ ਜਾਂ ਜਬਰੀ ਕੋਈ ਮੇਰੇ ਤੋਂ ਖੁਦਾ ਅਖਵਾਉਣਾ ਚਾਹੀ ਤੇ ਫਿਰ ਮੈਂ ਨਹੀਂ ਆਖਾਂਗਾ। ਇਹ ਸਾਡੇ ਗੁਰੂ ਸਾਹਿਬ ਜੀ ਦੇ ਪਾਏ ਹੋਏ ਸਾਡੇ ਲਈ ਪੂਰਨੇ ਨੇ। ਜਦੋਂ ਲਾਲਚ ਵਸ਼ ਹੋ ਕੇ ਦੀ ਗੱਲ ਕਰਾਂਗੇ ਫਿਰ ਬਾਬਾ ਫਰੀਦ ਜੀ ਨੂੰ ਚੇਤੇ ਕਰੋ। ਸ਼ੁਰੂਆਤ ਤੇ ਲਾਲਚ ਨਹੀਂ ਕਰਵਾਈ ਹੈ। ਬਾਲਕ ਸੀ, ਬੱਚੇ ਸਨ, ਬਾਲ ਅਵਸਥਾ ਸੀ, ਚਾਹ ਸੀ ਮਿੱਠੇ ਨੂੰ ਖਾਣ ਦਾ, ਮਾਂ ਨੇ ਦੇਣਾ ਸ਼ੁਰੂ ਕਰਤਾ, ਪ੍ਰੇਰਿਤ ਕਰ ਲਿਆ। ਕਿਉਂਕਿ ਮਾਂ ਵੀ ਜਾਣਦੀ ਹੈ ਵੀ ਜਿੱਦਣ ਇਹਦਾ ਰੂਟੀਨ ਤੇ ਇਹਦੀ ਲਗਨ ਬਣ ਗਈ ਨਾ, ਉਦਣ ਮੈਨੂੰ ਮਿਠਾਸ ਦੇਣ ਦੀ ਲੋੜ ਨਹੀਂ ਪੈਣੀ। ਜਿੱਦਣ ਇਹਨੂੰ ਹਿਰਦੇ ਕਰਕੇ ਆਨੰਦ ਆਉਣ ਲੱਗ ਪਿਆ, ਉਦਣ ਮੈਨੂੰ ਆ ਸ਼ੱਕਰ, ਆ ਖੰਡ, ਆ ਗੁੜ ਰੱਖਣ ਦੀ ਲੋੜ ਨਹੀਂ ਪੈਣੀ। ਉਦਣ ਆਪੇ ਹੀ ਆਨੰਦ ਮਾਣੇਗਾ। ਮਾਂ ਜਾਣਦੀ ਹੈ ਵੀ ਇੱਕ ਵਾਰ ਇਹਦੀ ਰੂਟੀਨ ਪੱਕ ਜਾਏ। ਬਾਬਾ ਫਰੀਦ ਜੀ ਲੱਗੇ ਰਹੇ। ਹੁਣ ਹੈ ਤੇ ਬਾਲ ਅਵਸਥਾ ਹੀ ਨਾ, ਜਦੋਂ ਸੁਰਤ ਵੀ ਜੁੜਦੀ ਹੈ। ਜੇ ਉਸ ਵਕਤ ਵੀ ਆਖਾਂਗੇ ਤੇ ਉਦੋਂ ਵੀ ਬਾਲ ਅਵਸਥਾ ਹੀ ਹੈ। ਜਦੋਂ ਮਾਂ ਪੁੱਛਦੀ ਵੀ 10 ਪੁੱਤਰਾ ਅੱਜ ਤੈਨੂੰ ਖੁਦਾ ਨੇ ਸ਼ੱਕਰ ਦਿੱਤੀ, ਅੱਜ ਖੁਦਾ ਨੇ ਤੈਨੂੰ ਮਿੱਠੇ ਵਿੱਚ ਕੀ ਦਿੱਤਾ ਹੈ, ਤੇ ਉਦੋਂ ਜਵਾਬ ਕਿੱਡਾ ਪਿਆਰਾ ਵੀ ਅੱਜ ਉਹ ਮਿਠਾਸ ਮਾਣੀ ਹੈ, ਅੱਜ ਉਹ ਆਨੰਦ ਮਾਣਿਆ ਮਾਂ, ਜਿਹੜਾ ਆ ਦੁੱਧ ਵਿੱਚੋਂ, ਆ ਸ਼ੱਕਰ ਵਿੱਚੋਂ, ਆ ਖੰਡ ਵਿੱਚੋਂ, ਆ ਗੁੜ ਵਿੱਚੋਂ ਤੇ ਆ ਸ਼ਹਿਦ ਵਿੱਚੋਂ ਕਦੇ ਆਇਆ ਹੀ ਨਹੀਂ ਨਾ। ਅੱਜ ਉਹ ਆਨੰਦ ਮਾਣਿਆ ਹੈ ਜਿਹੜਾ ਆਨੰਦ ਕਦੇ ਮੁੱਕਣ ਵਾਲਾ ਨਹੀਂ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਫਿਰ ਉੱਥੇ ਹੇ ਅਕਾਲ ਪੁਰਖ ਪਰਮੇਸ਼ਵਰ ਜੀ, ਤੁਹਾਡੇ ਨਾਮ ਦੀ ਬਰਾਬਰੀ ਕੌਣ ਕਰੇਗਾ। ਸਾਈਂ ਮੈਂਡਾ ਇਥੜਾ, ਅੰਮ ਅੱਬੇ ਥਾਵੋਂ ਮਿੱਠੜਾ। ਉਹ ਮੇਰਾ ਸਾਈਂ ਤੇ ਇੰਨਾ ਮਿਠਾਸ ਵਾਲਾ ਵੀ ਜਿਸ ਪਾਸੇ ਮਰਜੀ ਚਲੇ ਜਾਵਾਂ ਆਨੰਦ ਹੀ ਆਨੰਦ ਹੈ। ਮਨ ਮੇਰੇ, ਜੋ ਅੱਜ ਦਾ ਪਾਵਨ ਸ਼ਬਦ ਹੈ, ਸਤਿਗੁਰੂ ਜੀ ਕਹਿੰਦੇ ਮਨ ਰੇ, ਹੇ ਮਨਾ ਸਦਾ ਆਨੰਦ ਗੁਣ ਗਾਏ। ਆਨੰਦ ਵਿੱਚ ਰਹਿ ਕੇ, ਆਨੰਦ ਸਹਿਤ ਕੀ ਕਰ, ਗੁਣ ਗਾਏ। ਗੁਣਾਂ ਨੂੰ ਗਾ, ਪਰਮੇਸ਼ਵਰ ਦੇ ਗੁਣਾਂ ਨੂੰ ਗਾ। ਔਰ ਚੇਤੇ ਰੱਖੀਏ, ਗੁਰਬਾਣੀ ਦੇ ਅੰਦਰ ਅਧਿਆਤਮਕ ਆਨੰਦ ਦੀ ਬਾਤ ਸਾਰੇ ਗੁਰੂ ਸਾਹਿਬਾਨਾਂ ਨੇ ਕੀਤੀ, ਭਗਤ ਸਾਹਿਬਾਨਾਂ ਨੇ ਕੀਤੀ, ਗੁਰਸਿੱਖਾਂ ਨੇ ਕੀਤੀ, ਭੱਟ ਸਾਹਿਬਾਨਾਂ ਨੇ ਕੀਤੀ। ਮਤਲਬ ਸਾਰੀ ਦੀ ਸਾਰੀ ਬਾਣੀ ਨੇ ਅਧਿਆਤਮਕ ਆਨੰਦ ਦੀ ਬਾਤ ਕੀਤੀ ਹੈ। ਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਭ ਤੋਂ ਵਧੇਕ ਆਨੰਦ ਦੀ ਪਰਿਭਾਸ਼ਾ ਦਿੱਤੀ ਹੈ। ਸਭ ਤੋਂ ਵਧੇਕ ਸਤਿਗੁਰੂ ਜੀ ਨੇ ਆਨੰਦ ਦੀ ਪਰਿਭਾਸ਼ਾ ਦਿੰਦਿਆਂ ਹੋਇਆਂ ਆਨੰਦ ਸਾਹਿਬ ਦੇ ਰੂਪ ਵਿੱਚ ਬਾਣੀ ਸਾਡੀ ਝੋਲੀ ਅੰਦਰ ਪਾਈ ਹੈ। ਉਹ ਆਨੰਦ ਦੀ ਪਰਿਭਾਸ਼ਾ ਹੀ ਹੈ ਕਿ ਅਧਿਆਤਮ ਆਨੰਦ ਜ਼ਿੰਦਗੀ 'ਚ ਹਾਸਲ ਕਿਵੇਂ ਹੁੰਦਾ। ਇੱਕ ਇੱਕ ਪੌੜੀ ਪੜੋ। ਆਨੰਦ ਭਇਆ ਮੇਰੀ ਮਾਏ ਤੋਂ ਲੈ ਕੇ ਸੁਣ ਤੇ ਪੁਨੀਤ ਕਹਤੇ ਪਵਿੱਤ ਤੱਕ 40 ਪੌੜੀਆਂ ਨੇ। ਇੱਕ ਇੱਕ ਪੌੜੀ ਪੜੋ। ਇੱਕ ਇੱਕ ਪੌੜੀ ਵਿੱਚ ਸਤਿਗੁਰੂ ਦਰਸਾਉਂਦੇ ਨੇ ਅਧਿਆਤਮ ਆਨੰਦ ਕਿਵੇਂ ਮਿਲਦਾ ਹੈ। ਇੱਕ ਇੱਕ ਪੌੜੀ ਜਿੱਥੇ ਸਤਿਗੁਰੂ ਜੀ ਕਹਿਣਗੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਏ। ਹੁਣ ਉੱਥੇ ਕੀ ਹੈ ਵੀ ਜੇ ਬੇਮੁਖਤਾਈ ਖਟੇਗਾ ਨਾ ਤੇ ਸੱਜਣਾ ਕਦੇ ਆਨੰਦ ਨਹੀਂ ਮਿਲਣਾ। ਚਾਹੁੰਨਾ ਕੀ ਹੈ, ਤੂੰ ਤੁਰਿਆ ਕਿੱਥੋਂ ਹੈ? ਆਨੰਦ ਦੀ ਪਰਿਭਾਸ਼ਾ ਲੈਣ ਵਾਸਤੇ ਜਾਂ ਆਪਣੇ ਜੀਵਨ ਅੰਦਰ ਆਨੰਦ ਲੈਣ ਵਾਸਤੇ, ਆਨੰਦ ਦੀ ਪ੍ਰਾਪਤੀ ਵਾਸਤੇ ਤੁਰਿਆ
ਤੇ ਫਿਰ ਧੰਨ ਗੁਰੂ ਅਮਰਦਾਸ ਨੇ ਆਰੰਭਤਾ ਤੇ ਕੀਤੀ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਆ ਆਨੰਦ ਹੈ। ਜਦੋਂ ਸੰਪੂਰਨਤਾ ਤੇ ਪਹੁੰਚਦੇ ਕਹਿੰਦੇ ਆਨੰਦ ਸੁਣੋ ਵੱਡ ਭਾਗੀ ਹੋ। ਮੈਂ ਤੁਹਾਨੂੰ ਆਨੰਦ ਦੀ ਪਰਿਭਾਸ਼ਾ ਦੱਸਣ ਲੱਗਾ ਕੀ ਹੈ। ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਆ ਆਨੰਦ ਦੀ ਪਰਿਭਾਸ਼ਾ। ਕਿਉਂਕਿ ਬੰਦਾ ਜਦੋਂ ਖੁਸ਼ ਹੁੰਦਾ ਨਾ, ਬੇਇੰਤਹਾ ਖੁਸ਼ ਹੁੰਦਾ ਹੈ, ਫਿਰ ਕਹਿੰਦਾ ਵੀ ਅੱਜ ਆਨੰਦ ਹੈ। ਸਤਿਗੁਰੂ ਨੇ ਸਾਰਾ ਕੁਝ ਹੀ ਗਿਣਾਤਾ। ਦੁੱਖ ਰੋਗ ਸੰਤਾਪ ਉਤਰੇ, ਜਦੋਂ ਦੁੱਖ ਚਲੇ ਗਏ ਰੋਗ ਚਲੇ ਗਏ, ਪਿੱਛੇ ਕੀ ਹੈ? ਆਨੰਦ। ਸਗਲ ਮਨੋਰਥ ਪੂਰੇ, ਇੱਛਾਵਾਂ ਸਾਰੀਆਂ ਪੂਰੀਆਂ ਹੋ ਜਾਣ, ਬੰਦਾ ਕੀ ਕਹਿੰਦਾ? ਆਪਾਂ ਪ੍ਰਸੰਨ ਆ ਭਾਈ, ਆਪਾਂ ਆਨੰਦਿਤ ਆ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਸਾਰੇ ਵਿਸੂਰ ਸਾਰੇ ਦੁੱਖ ਸਾਰੀਆਂ ਚਿੰਤਾਵਾਂ ਸੰਸੇ ਉਤਰ ਗਏ। ਕੀ ਹੈ? ਆਨੰਦ। ਹੁਣ ਰੱਬ ਦੇ ਪਿਆਰੇ ਰਸ ਨਾਲ ਭਰ ਗਏ, ਰਸ ਭਰਪੂਰ ਹੋ ਗਏ। ਜਦੋਂ ਰਸ ਭਰਪੂਰ ਹੋ ਗਏ ਫਿਰ ਕੀ ਹੈ? ਆਨੰਦ। ਤੇ ਜਦੋਂ ਪ੍ਰਤੱਖ ਤੌਰ ਤੇ ਸਤਿਗੁਰੂ ਜੀ ਨੇ ਪਰਿਭਾਸ਼ਾ ਦੀ ਬਾਤ ਕੀਤੀ ਵੀ ਆਨੰਦ ਮਿਲੇਗਾ ਕਿੱਥੋਂ, ਤੇ ਉਦੋਂ ਮਾਲਕ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸਚੇ ਸਵਾਰਿਆ। ਕਹੈ ਨਾਨਕ ਇਹ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਕਿੱਥੋਂ ਮਿਲਿਆ ਮਨ ਨੂੰ ਆਨੰਦ? ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਗੁਰੂ ਕੋਲੋਂ। ਮਨ ਰੇ ਇਨਡਾਇਰੈਕਟਲੀ ਤੌਰ ਉੱਤੇ ਸਤਿਗੁਰੂ ਜੀ ਮਨ ਨੂੰ ਕੀ ਕਹਿ ਰਹੇ? ਸਦਾ ਆਨੰਦ ਗੁਣ ਗਾਏ, ਹਮੇਸ਼ਾ ਆਨੰਦ ਸਹਿਤ ਗੁਣਾਂ ਨੂੰ ਗਾ। ਕੀ ਕਹਿ ਰਹੇ ਨੇ? ਆਨੰਦ ਮਿਲੇਗਾ ਕਿੱਥੋਂ? ਗੁਰੂ ਕੋਲੋਂ। ਤੇ ਹੁਣ ਮਨਾ ਮੇਰਿਆ ਗੁਰੂ ਨਾਲ ਜੁੜ ਕੇ, ਗੁਰੂ ਕੋਲ ਰਹਿ ਕੇ ਗੁਣ ਗਾਏ, ਰੱਬ ਦੇ ਗੁਣਾਂ ਨੂੰ ਗਾਇਆ ਕਰ। ਗੁਰੂ ਕੋਲ ਰਹਿ ਕੇ ਪਰਮੇਸ਼ਵਰ ਦੇ ਗੁਣਾਂ ਨੂੰ ਗਾ, ਰੱਬ ਜੀ ਕੋਲ ਰਹਿ ਕੇ ਪਰਮੇਸ਼ਵਰ ਦੇ ਗੁਣਾਂ ਨੂੰ ਮਾਣ, ਉਹਦੀ ਵਡਿਆਈ ਗਾ, ਉਹਦੀ ਸ਼ੋਭਾ ਨੂੰ ਗਾਇਨ ਕਰ। ਆਨੰਦ ਸਹਿਤ। ਜਦੋਂ ਆਨੰਦ ਸਹਿਤ ਬਾਤ ਕਰਾਂਗੇ ਤੇ ਆਨੰਦ ਮਿਲਣਾ ਗੁਰੂ ਕੋਲੋਂ ਹੈ। ਤੇ ਜਦੋਂ ਮਿਲਣਾ ਗੁਰੂ ਕੋਲੋਂ ਹੈ, ਜਿਹੜਾ ਗੁਰੂ ਕੋਲ ਜਾ ਕੇ ਆਨੰਦ ਮਾਣ ਰਿਹਾ ਹੈ, ਤੇ ਉੱਥੇ ਬੈਠਾ ਆਨੰਦ ਮਾਣਦਾ ਕੀ ਕਰੇਗਾ? ਗੁਣ ਗਾਏ, ਰੱਬ ਜੀ ਦੇ ਗੁਣ ਗਾਏਗਾ। ਫਿਰ ਸਤਿਗੁਰੂ ਨਾਲ ਆਖਦੇ ਸੱਚੀ ਬਾਣੀ ਹਰ ਪਾਈਐ, ਹਰ ਸਿਉ ਰਹਿ ਸਮਾਏ। ਰੱਬ ਜੀ ਦੇ ਗੁਣਾਂ ਨੂੰ ਗਾਉਂਦਾ ਹੋਇਆ ਸੱਚੀ ਬਾਣੀ ਹਰ ਪਾਈਐ, ਪਰਮੇਸ਼ਵਰ ਜੀ ਦੀ ਜਿਹੜੀ ਬਾਣੀ ਹੈ ਉਹਨੂੰ ਪ੍ਰਾਪਤ ਕਰ। ਸੱਚੀ ਬਾਣੀ ਸਦੀਵ ਰਹਿਣ ਵਾਲੀ ਕਹਿ ਲਈਏ। ਹੁਣ ਜਦੋਂ ਬਾਣੀ ਦੀ ਗੱਲ ਆਪਾਂ ਕਰਾਂਗੇ
ਜਾਂ ਗੁਰਬਾਣੀ ਮੁਤਾਬਕ ਬਾਣੀ ਨੂੰ ਵੇਖੀਏ ਤੇ ਗੁਰਬਾਣੀ ਮੁਤਾਬਕ ਸਤਿਗੁਰੂ ਜੀ ਬਾਣੀ ਦੇ ਅਰਥ ਕਈ ਰੂਪਾਂ ਵਿੱਚ ਸਾਨੂੰ ਦਿੰਦੇ। ਗੁਰਬਾਣੀ ਦੇ ਅਰਥ ਬਾਣੀ ਅੰਦਰ ਬਣਾਵਟ ਵੀ ਆਏ ਨੇ, ਬਾਣੀ ਦੇ ਬਣਾਵਟ ਵੀ ਆਏ ਨੇ। ਕਰਮਖੰਡ ਕੀ ਬਾਣੀ ਜ਼ੋਰ, ਉਥੇ ਬਣਾਵਟ, ਬਣਤਰ। ਬਾਣੀ ਦਾ ਅਰਥ ਉਹ ਵੀ ਹੈ ਜੋ ਅਸੀਂ ਮੁਖਾਰਬਿੰਦ ਤੋਂ ਬੋਲਦੇ ਹਾਂ, ਉਹਨੂੰ ਵੀ ਬਾਣੀ ਕਿਹਾ ਜਾਂਦਾ। ਹੁਣ ਸਤਿਗੁਰੂ ਜੀ ਕਹਿ ਰਹੇ ਵੀ ਸੱਚੀ ਬਾਣੀ ਹਰ ਪਾਈ ਹੈ, ਸੱਚੀ ਬਾਣੀ ਦੇ ਨਾਲ ਹਰ ਪਰਮੇਸ਼ਵਰ ਮਿਲਦਾ ਹੈ। ਹੁਣ ਸੱਚੀ ਬਾਣੀ ਕੀ ਸਾਡੀ ਜ਼ੁਬਾਨ ਤੋਂ ਸੱਚੇ ਬੋਲ ਨਿਕਲਣੇ ਚਾਹੀਦੇ ਨੇ, ਰੱਬ ਮਿਲੇਗਾ। ਜੇ ਤੇ ਇਸ ਤਰੀਕੇ ਅਰਥ ਕਰਨੀ ਤੇ ਇਦਾਂ ਵੀ ਆਪਣੀ ਬਾਣੀ, ਆਪਣੀ ਜਿਹੜੇ ਬੋਲ ਹੈ ਉਹ ਸੱਚੇ ਹੋਣ, ਹਰ ਪਾਈ ਹੈ, ਰੱਬ ਜੀ ਮਿਲ ਜਾਏਗਾ। ਮਤਲਬ ਗੁਰੂ ਕੀ ਦਿੱਤੀ ਹੋਈ ਸਾਡੇ ਕੋਲ ਬਾਣੀ ਹੋਵੇ, ਉਸ ਬਾਣੀ ਦੇ ਨਾਲ ਪਰਮੇਸ਼ਵਰ ਦੇ ਗੁਣ ਗਾਉਂਦਿਆਂ ਹਰ ਪਾਈ ਹੈ, ਰੱਬ ਜੀ ਮਿਲ ਜਾਣਗੇ। ਤੇ ਨਾਲ ਅਰਥ ਇਸ ਤਰ੍ਹਾਂ ਵੀ ਕਰ ਸਕਦੇ ਆ, ਆਪਣੀ ਬਣਤਰ ਸੱਚੀ ਬਣਾ, ਵਿਖਾਵਾ ਛੱਡ ਦੇ। ਸੱਚੀ ਬਾਣੀ, ਬਣਤਰ, ਬਾਣੀ ਦਾ ਮਤਲਬ ਬਣਤਰ, ਬਣਾਵਟ। ਝੂਠੀ ਬਣਤਰ ਛੱਡ, ਝੂਠੀ ਬਣਤਰ ਛੱਡ ਕੇ ਸੱਚੀ ਬਣਤਰ ਬਣਾ। ਜਿੱਦਣ ਸੱਚੀ ਬਣਤ ਬਣ ਗਈ, ਹਰ ਪਾਈ ਹੈ, ਉਦੋਂ ਰੱਬ ਮਿਲ ਜਾਏਗਾ। ਵਿਖਾਵਾ ਛੱਡ ਦੇ। ਆਨੰਦ ਦੀ ਬਾਤ ਕਰ ਰਹੇ ਨੇ ਸਤਿਗੁਰੂ, ਤੇ ਝੂਠ ਵਿੱਚ ਬੈਠਾ ਹੋਇਆ ਆਨੰਦ ਕੀ ਮਾਣੇਗਾ? ਜਿਹੜਾ ਜਿਉਂ ਹੀ ਝੂਠ ਦੇ ਆਸਰੇ ਤੇ ਰਿਹਾ, ਉਹ ਕੀ ਆਨੰਦ ਮਾਣੇਗਾ? ਜਿਹਦੀ ਜ਼ਿੰਦਗੀ ਦੀ ਬਣਤਰ ਬਣਾਵਟ ਹੀ ਝੂਠੀ ਹੈ, ਉਹ ਆਨੰਦ ਕੀ ਮਾਣੇਗਾ? ਬਣਾਵਟ ਸੱਚੀ ਹੋਏਗੀ, ਸੱਚ ਦਾ ਆਸਰਾ ਹੋਏਗਾ, ਸੱਚ ਦਾ ਸਹਾਰਾ ਹੋਏਗਾ, ਹੋ ਸਕਦਾ ਜੀਵ ਆਨੰਦ ਮਾਣ ਲਏ। ਪਰ ਝੂਠ ਦੇ ਆਧਾਰ ਤੇ ਜਿਉਣ ਵਾਲਾ, ਝੂਠ ਦੇ ਆਸਰੇ ਰਹਿਣ ਵਾਲਾ ਆਪਣੀ ਬਣਤਰ ਕੀ ਬਣਾਏਗਾ? ਕੀ ਉਹਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋਏਗੀ? ਸਗੋਂ ਗੁਰਬਾਣੀ ਤੇ ਝੂਠੀ ਬਣਤਰ ਨੂੰ ਛੱਡਣ ਲਈ ਕਹਿੰਦੀ ਹੈ ਵੀ ਵਿਖਾਵਾ ਛੱਡ, ਵਿਖਾਵਾ ਨਾ ਰੱਖ, ਵਿਖਾਵਾ ਛੱਡ ਕੇ ਸੱਚ ਦੇ ਆਸਰੇ ਤੇ ਸੱਚ ਦੇ ਆਧਾਰ ਤੇ ਜਿਉਣਾ ਸਿੱਖ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਸੱਚੀ ਬਾਣੀ ਹਰ ਪਾਈ ਹੈ, ਹਰ ਸਿਉ ਰਹਿ ਸਮਾਏ। ਫਿਰ ਜਿਹੜੇ ਰੱਬ ਜੀ ਨੂੰ ਹਾਸਲ ਕਰ ਲੈਂਦੇ ਨੇ, ਉਹ ਰੱਬ ਜੀ ਦੇ ਵਿੱਚ ਹੀ ਸਮਾ ਜਾਂਦੇ ਨੇ, ਰੱਬ ਜੀ ਦੇ ਅੰਦਰ ਹੀ ਉਹ ਲੀਨ ਹੋ ਜਾਂਦੇ ਨੇ। ਜਿਨ੍ਹਾਂ ਨੇ ਆਪਣੀ ਬਣਤਰ ਸੱਚੀ ਬਣਾ ਲਈ, ਜਿਨ੍ਹਾਂ ਦਾ ਜੀਵਨ ਸੱਚਾ ਬਣ ਗਿਆ, ਜਿਨ੍ਹਾਂ ਦਾ ਜੀਵਨ ਸੱਚਾ ਬਣਿਆ, ਉਹ ਆਪਣੇ ਜੀਵਨ ਦੇ ਅੰਦਰ ਸਦੀਵ ਪਰਮੇਸ਼ਵਰ ਰੂਪ ਬਣ ਕੇ ਰਹਿ ਗਏ, ਰੱਬ ਦਾ ਰੂਪ ਬਣ ਗਏ। ਤੇ ਕਹਿ ਸਕਦੇ ਹਾਂ ਕਿ ਉਹ ਸਦੀਵ ਸਾਡੇ ਅੰਦਰ ਮੌਜੂਦ ਨੇ, ਜਿਨ੍ਹਾਂ ਨੇ ਆਪਣੀ ਬਣਤਰ ਸੱਚੀ ਬਣਾ ਕੇ ਰੱਬ ਜੀ ਨੂੰ ਹਾਸਲ ਕਰ ਲਿਆ। ਰਹਾਉ ਦੀ ਪੰਕਤੀ ਰਾਹੀਂ ਜੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਉਪਦੇਸ਼ ਰਹੇ, ਮਨ ਦੇ ਰਹੇ ਨੇ, ਮਨ ਰੇ ਸਦਾ ਆਨੰਦ ਗੁਣ ਗਾਏ। ਸੱਚੀ ਬਾਣੀ ਹਰ ਪਾਈਐ, ਹਰ ਸਿਉ ਰਹਿ ਸਮਾਏ। ਤੈਨਾ ਆਨੰਦ ਸਦਾ ਸੁਖ ਹੈ, ਜਿਨਾ ਸਚ ਨਾਮ ਆਧਾਰ। ਫਿਰ ਕਿਹਾ, ਪਹਿਲੇ ਪਦੇ ਦੀ ਆਰੰਭਤਾ ਕਰਦੇ ਹਾਂ, ਤਿਨਾ ਆਨੰਦ ਸਦਾ ਸੁਖ ਹੈ, ਜਿਨ੍ਹਾਂ ਸੱਚ ਨਾਮ ਆਧਾਰ। ਬੜਾ ਸਪਸ਼ਟ ਜਿਹਾ ਸਤਿਗੁਰੂ ਜੀ ਲਫ਼ਜ਼ ਵਰਤ ਰਹੇ। ਉਹਨਾਂ ਦੀ ਜ਼ਿੰਦਗੀ 'ਚ ਸਦਾ ਆਨੰਦ ਸੁੱਖ ਹੀ ਸੁੱਖ ਹੈ, ਜਿਨ੍ਹਾਂ ਦੇ ਕੋਲ ਸੱਚੇ ਨਾਮ ਦਾ ਆਸਰਾ, ਸੱਚੇ ਨਾਮ ਦਾ ਸਹਾਰਾ ਹੈ। ਕਹਿ ਸਕਦੇ ਹਾਂ ਵੀ ਜਿਨ੍ਹਾਂ ਕੋਲ ਰੱਬ ਜੀ ਦਾ ਆਸਰਾ ਹੈ ਨਾ, ਉਹਨਾਂ ਦੀ ਜ਼ਿੰਦਗੀ 'ਚ ਸਦੀਵ ਆਨੰਦ ਹੀ ਆਨੰਦ ਹੈ, ਖੁਸ਼ੀ ਖੁਸ਼ੀ ਹੈ, ਪ੍ਰਸੰਨਤਾ ਹੀ ਪ੍ਰਸੰਨਤਾ ਹੈ। ਨਹੀਂ ਤੇ ਸਰੀਰ ਜਿਹੜਾ ਉਹ ਦੁੱਖ ਵਿੱਚ ਕੁਰਲਾਉਂਦਾ ਹੋਵੇ ਤੇ
ਸਰੀਰ ਦੁਰਘਟਨਾ ਨਾਲ ਗ੍ਰਸਿਆ ਹੋਵੇ, ਰਸਨਾ ਕਿਵੇਂ ਕਹਿ ਦੇਗੀ ਕਿ ਪਹਿਲੋਂ ਸੇਵਾ ਸੰਭਾਲੋ, ਸਾਡੀ ਸਾਂਭ ਬਾਅਦ ਚ ਕਰਿਓ? ਕਿਵੇਂ ਕਹਿ ਦੇਗੀ ਰਸਨਾ? ਜੇ ਆਧਾਰ ਨਹੀਂ ਸੱਚੇ ਨਾਮ ਦਾ, ਆਸਰਾ ਨਹੀਂ, ਜੇ ਜ਼ਿੰਦਗੀ ਵਿੱਚ ਖੁਸ਼ੀ ਨਹੀਂ, ਆਨੰਦ ਨਹੀਂ, ਪ੍ਰਸੰਨਤਾ ਨਹੀਂ, ਫਿਰ ਸਰੀਰ ਦੁਰਘਟਨਾ ਦਾ ਸ਼ਿਕਾਰ ਹੋਇਆ ਤੇ ਜ਼ੁਬਾਨ ਕਦੇ ਨਹੀਂ ਕਹਿ ਸਕਦੀ ਕਿ ਸਾਡੀ ਸੰਭਾਲ ਬਾਅਦ ਚ ਕਰਿਓ। ਉੱਥੇ ਤੇ ਜੀਵ ਕੁਰਲਾਉਂਦਾ ਹੋਵੇਗਾ ਕਿ ਸਾਨੂੰ ਬਚਾ ਲਓ। ਅੱਜ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਵੀ ਆਪਾਂ ਚੇਤੇ ਕਰਦੇ ਚੱਲਣਾ। ਧੰਨ ਗੁਰੂ ਹਰਿਰਾਏ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਪੁਰਬ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਤੇ ਨਾਲ ਸਾਕਾ ਪੰਜਾ ਸਾਹਿਬ ਜੀ ਦੇ ਸ਼ਹੀਦ ਤੇ ਉਹਨਾਂ ਦੀ ਸ਼ਹਾਦਤ ਨੂੰ ਵੀ ਆਪਾਂ ਚੇਤੇ ਕਰਨਾ। ਆਨੰਦ ਵਿੱਚ ਰਹਿਣਾ ਜੇ ਸਿੱਖਣਾ ਤੇ ਵਾਕਈ ਸਾਡੇ ਸ਼ਹੀਦ ਸਾਨੂੰ ਸਿਖਾਉਂਦੇ ਵੀ ਆਨੰਦ ਚ ਕਿੱਦਾਂ ਰਹੀਦਾ। 8 ਅਗਸਤ 1922 ਨੂੰ ਮੋਰਚਾ ਗੁਰੂ ਕਾ ਬਾਗ ਲੱਗਦਾ। ਤੇ ਉਹ ਮੋਰਚਾ ਸਿਰਫ ਇਸ ਕਰਕੇ ਲੱਗਦਾ ਕਿ ਗੁਰੂ ਘਰ ਦੇ ਵੱਲੋਂ, ਗੁਰੂ ਕੇ ਸਿੱਖਾਂ ਵੱਲੋਂ ਜਿਹੜਾ ਗੁਰੂ ਘਰ ਦਾ ਅਸਥਾਨ ਹੈ, ਇਮਾਰਤਾਂ ਨੇ, ਜਾਂ ਗੁਰੂ ਘਰ ਦੀ ਜਿਹੜੀ ਜ਼ਮੀਨ ਹੈ, ਉਹਦੇ ਵਿੱਚ ਲੱਗੇ ਹੋਏ ਰੁੱਖਾਂ ਨੂੰ ਬਾਲਣ ਰੂਪ ਵਿੱਚ ਵੱਢਣਾ। ਬਸ ਆਹੋ ਕਾਰਨ ਹੈ ਕਿ ਉਸ ਵਕਤ ਦੇ ਮਹੰਤ ਨੇ ਅੰਗਰੇਜ਼ਾਂ ਦਾ ਆਸਰਾ ਲੈ ਕੇ ਤੇ ਉੱਥੇ ਸਿੱਖਾਂ ਦੇ ਖਿਲਾਫ ਉਹਨੇ ਕਾਰਵਾਈ ਕੀਤੀ ਤੇ ਸਿੱਖਾਂ ਨੂੰ ਸਾਰੇ, ਜਿੰਨੇ ਉੱਥੇ ਤਕਰੀਬਨ 5 ਸਿੰਘਾਂ ਦਾ ਜ਼ਿਕਰ ਆਉਂਦਾ, ਜਿਨ੍ਹਾਂ ਨੂੰ ਸਭ ਤੋਂ ਪਹਿਲੋਂ ਜੇਲ੍ਹ ਦੇ ਅੰਦਰ ਸੁੱਟਿਆ ਗਿਆ ਮੋਰਚਾ ਗੁਰੂ ਕੇ ਬਾਗ ਕਰਕੇ। ਕਾਰਨ ਉਹ ਮਹੰਤ ਜਿਹੜਾ ਗੁਰੂ ਘਰ ਦੀ ਜ਼ਮੀਨ ਨੂੰ ਆਪਣੀ ਨਿੱਜੀ ਜ਼ਮੀਨ ਕਹਿ ਰਿਹਾ ਸੀ ਵੀ ਇਹਨਾਂ ਨੇ ਮੇਰੀ ਨਿੱਜੀ ਜ਼ਮੀਨ ਦੇ ਵਿੱਚੋਂ ਜਿਹੜਾ ਬਾਲਣ ਹੈ ਉਹ ਵੱਢਿਆ ਹੈ। ਆਹੋ ਕਾਰਨ ਸੀ। ਗ੍ਰਿਫਤਾਰੀਆਂ ਹੋਈਆਂ, ਲਗਾਤਾਰ ਹੋਈਆਂ। ਪਹਿਲੋਂ 5 ਸਿੰਘਾਂ ਦੀ ਹੋਈ, ਫਿਰ 13 ਸਿੰਘਾਂ ਦੀ ਗ੍ਰਿਫਤਾਰੀ ਹੁੰਦੀ ਹੈ। ਫਿਰ 29 ਅਕਤੂਬਰ ਨੂੰ ਸੂਬੇਦਾਰ ਸਿੰਘ ਧਾਲੀਵਾਲ, ਇਹਨਾਂ ਦੀ ਅਗਵਾਈ ਹੇਠ ਫੌਜੀ ਦਸਤਾ, ਇੱਕ ਜਿਹੜਾ ਪੈਨਸ਼ਨਰ ਹੋ ਚੁੱਕਾ ਹੈ, ਰਿਟਾਇਰ ਹੋਏ ਸਾਰੇ, ਉਹਨਾਂ ਨੇ ਗ੍ਰਿਫਤਾਰੀ ਦਿੱਤੀ 29 ਅਕਤੂਬਰ 1922 ਨੂੰ। ਇਹਨਾਂ ਨੇ ਗ੍ਰਿਫਤਾਰੀ ਦਿੱਤੀ। ਇਹਦੇ ਵਿੱਚ ਹੁਣ ਸਾਰੇ ਉਹੀ ਸ਼ਖਸ ਸ਼ਾਮਲ ਨੇ ਜਿਹੜੇ ਰਿਟਾਇਰ ਫੌਜੀ ਨੇ, ਪੈਨਸ਼ਨ ਦੇ ਉੱਤੇ ਆਏ ਹੋਏ। ਦੇਤੀ ਸਾਰਿਆਂ ਨੇ ਗ੍ਰਿਫਤਾਰੀ, ਇਹਨਾਂ ਨੂੰ ਜੇਲ੍ਹ 'ਚ ਬੰਦ ਕਰਤਾ। ਉਸ ਵਕਤ ਦਾ ਜਿਹੜਾ ਮੈਜਿਸਟ੍ਰੇਟ ਸੀ ਅਸਲਮ ਖਾਨ, ਉਹਨੇ ਸਜ਼ਾ ਦਿੱਤੀ, ਕਹਿੰਦਾ 2.5 ਸਾਲ ਦੀ ਇਹਨਾਂ ਨੂੰ ਕੈਦ ਹੈ ਤੇ 100 ਰੁਪਇਆ ਇਹਨਾਂ ਜੁਰਮਾਨਾ ਦੇਣਾ ਹੈ। ਸਿੱਖ ਮੰਨ ਗਏ। ਹੁਣ ਉਹਨਾਂ ਨੂੰ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਅਟਕ ਵਾਲੇ ਪਾਸੇ ਲੈ ਕੇ ਜਾਣਾ ਟ੍ਰੇਨ ਦੇ ਰਾਹੀਂ। ਜਾਣੀ ਹੈ ਟ੍ਰੇਨ ਵਾਇਆ ਰਾਵਲਪਿੰਡੀ ਹੋ ਕੇ। ਰਾਵਲਪਿੰਡੀ ਸਟੇਸ਼ਨ ਦੇ ਉੱਤੇ ਆ ਕੇ ਟ੍ਰੇਨ ਰੁਕਦੀ ਹੈ। ਉੱਥੇ ਸਟਾਫ ਬਦਲੀ ਹੋਇਆ, ਸਾਰਾ ਪਾਣੀ ਦਾ ਪ੍ਰਬੰਧ ਟ੍ਰੇਨ ਵਿੱਚ ਜੋ ਕੀਤਾ ਜਾਣਾ ਸੀ ਉਹ ਕੀਤਾ ਗਿਆ। ਉੱਥੋਂ ਤੁਰ ਪਈ ਤੇ ਸਿੱਖ ਸਾਰੇ ਰਸਤੇ ਦੇ ਅੰਦਰ ਉਹਨਾਂ ਦੇ ਲਈ ਖਾਣ ਪੀਣ ਦੀਆਂ ਵਸਤੂਆਂ, ਲੰਗਰ ਲੈ ਕੇ ਬਣਾ ਕੇ ਤੇ ਖੜੋਤੇ ਹੋਏ। ਜਿਵੇਂ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਕੁਝ ਕੁ ਇਤਿਹਾਸਕਾਰ ਕਹਿੰਦੇ ਵੀ ਪਹਿਲੋਂ ਸੀ ਉਸ ਰੂਟ ਉੱਤੇ ਟ੍ਰੇਨ ਦੇ ਰੁਕਣ ਦਾ ਸਟੇਸ਼ਨ, ਪਰ ਇਨਕਾਰੀ ਹੋ ਗਏ। ਕੁਝ ਇਤਿਹਾਸਕਾਰਾਂ ਨੇ ਇਹ ਜ਼ਿਕਰ ਕੀਤਾ ਕਿ ਸਟੇਸ਼ਨ ਮਾਸਟਰ ਨੇ ਉੱਥੇ ਖੜੇ ਹੋਏ ਸਿੱਖਾਂ ਨੂੰ, ਜਿਹੜੇ ਲੰਗਰ ਲੈ ਕੇ ਖੜੇ ਨੇ, ਉਹਨੇ ਇਹ ਕਿਹਾ ਵੀ ਇੱਥੇ ਟ੍ਰੇਨ ਨਹੀਂ ਰੁਕਣੀ, ਤੁਸੀਂ ਕਿਉਂ ਸਾਰੀ ਤਿਆਰੀ ਕਰੀ ਜਾਂਦੇ ਹੋ। ਤੇ ਅੱਗੋਂ ਨਾ ਕਰਮ ਸਿੰਘ ਜੀ ਨੇ ਜਵਾਬ ਦਿੱਤਾ,
ਕਹਿੰਦੇ ਵੀ ਧੰਨ ਗੁਰੂ ਨਾਨਕ ਸਾਹਿਬ, ਜੋ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਵੀ ਮਾਲਕ ਜੀ ਪੱਥਰ ਰੋਕ ਸਕਦੇ ਨੇ ਇੱਕ ਹੱਥ ਨਾਲ, ਤੇ ਕੀ ਉਹਨਾਂ ਦੇ ਸਿੱਖਾਂ ਕੋਲੋਂ ਇੱਕ ਟ੍ਰੇਨ ਨਹੀਂ ਰੁਕਦੀ? ਆ ਜਵਾਬ ਸੀ ਸਟੇਸ਼ਨ ਮਾਸਟਰ ਦੇ ਲਈ। ਤਕਰੀਬਨ ਰਾਤ ਦਾ ਵੇਲਾ 10 ਕੁ ਵਜੇ ਦਾ, ਜਦੋਂ ਟ੍ਰੇਨ ਨਜ਼ਦੀਕ ਆਉਣ ਦੀ ਆਵਾਜ਼ ਸੁਣਦੀ, ਉਹਦੀ ਵਿਸਲ ਸੁਣਦੀ ਹੈ, ਸਭ ਤੋਂ ਪਹਿਲਾਂ ਕਰਮ ਸਿੰਘ ਲੇਟੇ ਪਟੜੀ ਦੇ ਉੱਤੇ। ਉਹਨਾਂ ਨੂੰ ਵੇਖ ਕੇ ਉਹਨਾਂ ਦੇ ਅੱਗੇ ਆ ਕੇ ਪ੍ਰਤਾਪ ਸਿੰਘ, ਫਿਰ ਤਾਰਾ ਸਿੰਘ, ਫਿਰ ਗੰਗਾ ਸਿੰਘ, ਫਿਰ ਕਲਿਆਣ ਸਿੰਘ, ਫਿਰ ਫਕੀਰ ਸਿੰਘ, ਇਹ ਸਾਰੇ ਲਾਈਨ ਬਣਾ ਕੇ ਲੇਟਦੇ ਗਏ। ਕੁਝ ਕੁ ਇਸਤਰੀਆਂ ਵੀ ਲੇਟ ਗਈਆਂ ਉਸੇ ਟ੍ਰੇਨ ਦੀ ਪਟੜੀ ਉੱਤੇ, ਵੀ ਜੇ ਇਸ ਜਗ੍ਹਾ ਤੇ ਟ੍ਰੇਨ ਰੁਕਣੀ ਸੀ ਤੇ ਤੁਸੀਂ ਇਨਕਾਰੀ ਨਹੀਂ ਹੋ ਸਕਦੇ ਵੀ ਇੱਥੇ ਟ੍ਰੇਨ ਨਹੀਂ ਰੁਕਣੀ, ਰੁਕੇਗੀ ਔਰ ਗੁਰੂ ਕੇ ਸਿੱਖ ਰੋਕਣਗੇ। ਜਿਹੜਾ ਗਾਰਡ ਹੈ, ਟ੍ਰੇਨ ਚਲਾਉਣ ਵਾਲਾ ਡਰਾਈਵਰ ਹੈ ਜਿਹੜਾ, ਉਹ ਵਿਸਲ ਮਾਰਦਾ ਆ ਰਿਹਾ। ਕਿੱਥੇ ਪ੍ਰਵਾਹ ਸੀ? ਅਣਸੁਣੀ ਕਰਕੇ ਗੁਰੂ ਕੇ ਸਿੱਖ ਪਏ ਨੇ। ਔਰ ਜਦੋਂ ਟ੍ਰੇਨ ਕਰਮ ਸਿੰਘ ਜੀ ਔਰ ਪ੍ਰਤਾਪ ਸਿੰਘ ਜੀ ਦੇ ਉੱਤੋਂ ਗੁਜ਼ਰਦੀ ਹੈ, ਉਹ ਲੀਵਰ ਜਿਹੜਾ ਟ੍ਰੇਨ ਮਾਸਟਰ ਦੇ ਹੱਥੋਂ ਛੁੱਟ ਜਾਂਦਾ ਹੈ, ਜਿਹਨੂੰ ਅਸੀਂ ਰੇਸ ਵਾਲਾ ਲੀਵਰ ਕਹਿ ਸਕਦੇ ਹਾਂ, ਅਗਾਂਹ ਵਧਣ ਵਾਲਾ। ਉਹਨੇ ਜ਼ੁਬਾਨੀ ਮੁੜ ਕੇ ਆਖਿਆ, ਉਹਨੂੰ ਸਵਾਲ ਕੀਤੇ ਵੀ ਤੁਸੀਂ ਟ੍ਰੇਨ ਰੋਕੀ ਕਿਉਂ ਹੈ? ਕਹਿੰਦਾ ਮੈਂ ਬ੍ਰੇਕ ਨਹੀਂ ਲਾਈ, ਮੈਂ ਬ੍ਰੇਕਾਂ ਦੀ ਵਰਤੋਂ ਨਹੀਂ ਕੀਤੀ, ਪਰ ਮੈਂ ਟ੍ਰੇਨ ਅੱਗੇ ਤੋਰ ਵੀ ਨਹੀਂ ਸਕਿਆ, ਤੁਰੀ ਨਹੀਂ। ਉਹਦੀ ਜ਼ੁਬਾਨ ਹੈ ਇਹ। ਕਹਿੰਦਾ ਮੈਂ ਯਤਨ ਕੀਤਾ ਸੀ ਕਿ ਅਗਾਂਹ ਟ੍ਰੇਨ ਤੁਰੇ, ਪਰ ਟ੍ਰੇਨ ਅਗਾਂਹ ਤੁਰੀ ਨਹੀਂ। ਕਰਮ ਸਿੰਘ ਤੇ ਪ੍ਰਤਾਪ ਸਿੰਘ ਦੋਵੇਂ ਗੁਰੂ ਕੇ ਸਿੱਖ ਉਸ ਟ੍ਰੇਨ ਦੀ ਭੇਟ ਚੜੇ ਨੇ। ਉੱਤੋਂ ਟ੍ਰੇਨ ਦੇ ਟਾਇਰ ਗੁਜ਼ਰੇ ਨੇ, ਇੰਜਣ ਦੇ ਟਾਇਰ ਗੁਜ਼ਰੇ ਨੇ, ਸਰੀਰ ਵਿੱਚੋਂ ਮਿੱਝ ਨਿਕਲੇ ਆਈ। ਦੋਵਾਂ ਦੀ ਜ਼ੁਬਾਨ ਕਹਿ ਰਹੀ ਹੈ, ਪਹਿਲੋਂ ਲੰਗਰ ਦੀ ਸੰਭਾਲ ਕਰੋ, ਸਾਨੂੰ ਬਾਅਦ ਚ ਸਾਂਭ ਲਿਓ। ਪਹਿਲੋਂ ਲੰਗਰ ਦੀ 1.5 ਘੰਟਾ ਟ੍ਰੇਨ ਰੁਕੀ ਰਹੀ ਹੈ। ਸਾਰੇ ਸਿੱਖਾਂ ਨੂੰ 1.5 ਘੰਟਾ ਲਗਾਤਾਰ ਉੱਥੇ ਸੇਵਾ ਕਰਦਿਆਂ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਵਿੱਚ ਫਿਰ ਕਰਮ ਸਿੰਘ ਤੇ ਪ੍ਰਤਾਪ ਸਿੰਘ ਨੂੰ ਸਾਂਭਣ ਦੀ ਵਾਰੀ ਆਉਂਦੀ। ਕਈਆਂ ਨੂੰ ਉੱਥੇ ਸੱਟਾਂ ਵੀ ਲੱਗੀਆਂ, ਫੱਟੜ ਵੀ ਹੋਏ ਕਈ, ਪਰ ਆ 2 ਗੁਰੂ ਕੇ ਸਿੱਖ ਸਨ ਜਿਨ੍ਹਾਂ ਫਿਰ ਕਰਮ ਸਿੰਘ ਜੀ ਤੇ ਉਸੇ ਦਿਨੀ ਸ਼ਾਮ ਜਦੋਂ ਪੈਂਦੀ, ਅਗਲਾ ਮਤਲਬ 31 ਅਕਤੂਬਰ ਨੂੰ ਉਹ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਪਰ ਪ੍ਰਤਾਪ ਸਿੰਘ ਜੀ ਦੀ ਉਹ ਤਕਰੀਬਨ 30 ਕੁ ਸਾਲ, 32 ਕੁ ਸਾਲਾਂ ਦੀ ਉਮਰ, 30 ਤੋਂ 32 ਸਾਲਾਂ ਦੀ ਕਰਮ ਸਿੰਘ ਦੀ ਉਮਰ ਦੱਸੀ, 24 ਸਾਲ ਦੀ ਉਮਰ ਪ੍ਰਤਾਪ ਸਿੰਘ ਦੀ ਹੈ, ਜਿਹੜੇ ਉਦੋਂ ਅਗਲੇ ਦਿਨ ਸ਼ਹਾਦਤ ਦਾ ਜਾਮ ਪੀਂਦੇ ਨੇ। ਹੈਰਾਨੀਜਨਕ ਬਾਤ ਹੈ, ਤਕਰੀਬਨ ਪ੍ਰਤਾਪ ਸਿੰਘ ਜੀ ਦੇ ਵਿਆਹ ਨੂੰ ਕੋਈ ਸਮਾਂ ਬਹੁਤਾ ਨਹੀਂ ਸੀ ਹੋਇਆ। ਇਤਿਹਾਸਕਾਰਾਂ ਜ਼ਿਕਰ ਕੀਤਾ ਵੀ 18 ਕੁ ਸਾਲਾਂ ਦੀ ਪਤਨੀ ਹੈ ਜਿਹੜੀ ਉਹਨਾਂ ਦੇ ਕੋਲ ਖੜੋਤੀ ਹੈ ਉਦੋਂ, ਜਦੋਂ ਉਹ ਫੱਟੜ ਹਾਲਤ ਦੇ ਅੰਦਰ ਜ਼ਖਮੀ ਹਾਲਤ ਵਿੱਚ ਪਏ ਨੇ। ਸ਼ਹਾਦਤ ਤੋਂ ਪਹਿਲਾਂ ਆਪਣੀ ਘਰਵਾਲੀ ਨੂੰ ਇੱਕ ਜ਼ੁਬਾਨ ਆਖਦੇ ਵੀ ਸਾਨੂੰ ਦੇ, ਤੂੰ ਕਦੇ ਮੈਨੂੰ ਚੇਤੇ ਕਰਕੇ ਰੋਵੇਂਗੀ ਨਹੀਂ, ਮੈਨੂੰ ਚੇਤੇ ਕਰਕੇ ਕਦੇ ਰੋਵੇਂਗੀ ਨਹੀਂ। ਜੇ ਤੂੰ ਮੈਨੂੰ ਚੇਤੇ ਕਰਕੇ ਰੋਨੀ ਹੈ, ਮੈਨੂੰ ਲੱਗੇਗਾ ਕਿ ਮੇਰੀ ਸ਼ਹਾਦਤ ਵਿਅਰਥ ਗਈ, ਤੂੰ ਰੋਣਾ ਨਹੀਂ। ਔਰ ਅੱਗੋਂ ਉਹ ਜ਼ੁਬਾਨ ਦਿੰਦੀ ਵੀ ਹੈ ਵੀ ਸਿਰ ਦਿਆ ਸਾਈਆਂ ਤੇਰੇ ਨਾਲ ਜ਼ੁਬਾਨ ਹੈ, ਇਹਨਾਂ ਅੱਖਾਂ ਚੋਂ ਕਦੇ ਤੈਨੂੰ ਚੇਤੇ ਕਰਕੇ ਜਾਂ ਇਹਨਾਂ ਸ਼ਹੀਦੀ ਇਸ ਸ਼ਹਾਦਤ ਨੂੰ ਚੇਤੇ ਕਰਕੇ ਇਹਨਾਂ ਅੱਖਾਂ ਚੋਂ ਕਦੇ ਵੈਰਾਗ ਦਾ ਜਲ ਨਹੀਂ ਆਏਗਾ। ਔਰ ਇਤਿਹਾਸਕਾਰ ਗਵਾਹੀ ਭਰਦੇ ਵੀ ਸਾਰੀ ਰਹਿੰਦੀ ਉਮਰ ਲੰਘਾਈ ਵੀ ਉਸੇ ਪ੍ਰਤਾਪ ਸਿੰਘ ਦੇ ਆਸਰੇ ਤੇ ਭਰੋਸੇ ਤੇ, ਪਰ ਸਾਰੀ ਜ਼ਿੰਦਗੀ ਬਾਣੀ ਤੇ ਪੜ੍ਹੀ, ਪ੍ਰਭੂ ਜੀ ਨੂੰ ਚੇਤੇ ਤੇ ਕੀਤਾ,
ਪਰ ਅੱਖਾਂ ਦੇ ਵਿੱਚੋਂ ਕਦੇ ਪ੍ਰਤਾਪ ਸਿੰਘ ਨੂੰ ਚੇਤੇ ਕਰਕੇ ਵੈਰਾਗ ਦਾ ਜਲ ਨਹੀਂ ਸੀ ਕਰਿਆ ਵੀ ਉਹ ਮੇਰੇ ਸਿਰ ਤੋਂ ਚਲੇ ਗਏ। ਸਾਕਾ ਪੰਜਾ ਸਾਹਿਬ ਨਾਲ ਆਪਾਂ ਧੰਨ ਗੁਰੂ ਹਰ ਰਾਏ ਔਰ ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ, ਸਤਿਗੁਰੂ ਜੀ ਨੇ ਬਚਨ ਕੀਤੇ, ਕਹਿੰਦੇ ਤਿੰਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ। ਆ ਜੇ ਉਹ ਜਿਹੜੇ ਸ਼ਹੀਦ ਹੋਣ ਵਾਲੇ ਨਾ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਤੁਹਾਡੇ ਕੋਲ ਆਧਾਰ ਕੀ ਸੀ, ਕੀ ਆਸਰਾ ਤੁਹਾਡੇ ਕੋਲ। ਵੀ ਉੱਤੋਂ ਟ੍ਰੇਨ ਗੁਜ਼ਰ ਜਾਏ, ਤੁਸੀਂ ਕੁਰਲਾਉਣ ਦੀ ਬਜਾਏ, ਤੜਫਣ ਦੀ ਬਜਾਏ ਕਹਿ ਰਹੇ ਹੋ ਸਾਡੀ ਨਾ ਚਿੰਤਾ ਕਰੋ, ਪਹਿਲੋਂ ਜਾ ਕੇ ਗੁਰੂ ਕੇ ਸਿੱਖਾਂ ਦੀ ਸੇਵਾ ਸੰਭਾਲ ਕਰੋ। ਜਿਸ ਕਾਰਜ ਵਾਸਤੇ ਟ੍ਰੇਨ ਰੋਕੀ ਹੈ ਪਹਿਲੋਂ ਉਹ ਕਾਰਜ ਸੰਪੂਰਨ ਕਰੋ, ਸਾਡੀ ਸੰਭਾਲ ਬਾਅਦ ਚ। ਆਹੀ ਹੈ ਆਨੰਦ, ਇਹਨੂੰ ਹੀ ਕਹਿੰਦੇ ਪ੍ਰਸੰਨਤਾ, ਇਹਨੂੰ ਹੀ ਕਹਿੰਦੇ ਆ ਸੁਖ ਸਦੀਵ। ਵੀ ਸਰੀਰ ਭਾਵੇਂ ਇਸ ਟਾਈਮ ਬਿਲਕੁਲ ਫੱਟੜ ਹੋ ਚੁੱਕਾ, ਤੇ ਜੇ ਕਿਤੇ ਉਂਗਲ ਵੀ ਕਿਸੇ ਉਹ ਵਹੀਕਲ ਦੇ ਥੱਲੇ ਆ ਜਾਏ ਨਾ ਤੇ ਮਨੁੱਖ ਕੁਰਲਾ ਉੱਠਦਾ। ਸਰੀਰ ਦਾ ਆਉਣਾ ਤੇ ਬੜੀ ਦੂਰ ਦੀ ਗੱਲ ਹੈ, ਉਂਗਲ ਦਾ ਕਿਸੇ ਵਹੀਕਲ ਥੱਲੇ ਛੱਡੋ, ਇੱਕ ਮਨੁੱਖ ਦੇ ਖੜੋਤਿਆਂ ਕਿਤੇ ਦੂਸਰੇ ਮਨੁੱਖ ਦਾ ਪੈਰ ਹੀ ਪੈਰ ਉੱਤੇ ਆ ਜਾਏ, ਇੱਕ ਦੂਜੇ ਨੂੰ ਮਾਰਨ ਤੱਕ ਉਤਰੇ ਆਉਂਦੇ ਵੀ ਤੂੰ ਮੇਰੇ ਪੈਰ ਤੇ ਪੈਰ ਰੱਖ ਕਿਵੇਂ ਦਿੱਤਾ। ਕਿੱਥੇ ਆਨੰਦ ਤੇ ਕਿੱਥੇ ਖੁਸ਼ੀ। ਉੱਥੇ ਕੋਈ ਇਹ ਨਹੀਂ ਸੀ ਵੀ ਗੁਰੂ ਕੇ ਸਿੱਖਾਂ ਦਾ ਮਕਸਦ ਵੀ ਲੋਕ ਸਾਡੀ ਵਾਹ ਵਾਹ ਕਰਨਗੇ, ਸਾਨੂੰ ਚੰਗਾ ਆਖਣਗੇ, ਜਾਂ ਸਾਡਾ ਕੋਈ ਮਕਸਦ ਹੈ। ਗੱਲ ਤੇ ਦੂਜੇ ਸਿੱਖਾਂ ਦੀ ਸੇਵਾ ਦੀ ਸੀ। ਪਰ ਆਨੰਦ ਸਹਿਤ ਉਹਨਾਂ ਸ਼ਹਾਦਤਾਂ ਦੇਣੀਆਂ ਕਬੂਲ ਕੀਤੀਆਂ। ਜਿਵੇਂ ਆਪਾਂ ਮੰਗਲਾ ਚਰਨ ਚ ਪੜ੍ਹ ਕੇ ਆਏ ਨਾ, ਸ਼ਬਦ ਪਾਵਨ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ ਸ਼ਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ, ਜਨ ਕੇ ਚਰਨ ਵਸੈ ਮੇਰਾ ਹੀ ਰਹਿ ਸੰਗ ਪੁਨੀਤਾ ਦੇਹੀ, ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਆਹੀ ਤੇ ਸਦੀਵ ਸੁਖ ਹੈ ਕਿ ਸਾਨੂੰ ਸਿੱਖਾਂ ਦੀ ਸੇਵਾ ਕਰਨੀ ਨਸੀਬ ਹੋਈ ਹੈ। ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਸਦਾ ਆਨੰਦ ਹੈ ਜਿਨ੍ਹਾਂ ਦੇ ਕੋਲ ਸੱਚੇ ਪਰਮੇਸ਼ਵਰ ਜੀ ਦੇ ਨਾਮ ਦਾ ਆਸਰਾ ਹੈ। ਗੁਰ ਸਬਦੀ ਸੱਚ ਪਾਇਆ, ਦੁਖ ਨਿਵਾਰਣ ਹਾਰ। ਫਿਰ ਮਾਲਕ ਜੀ ਆਖਦੇ, ਕਹਿੰਦੇ ਗੁਰੂ ਸ਼ਬਦੀ ਸੱਚ ਪਾਇਆ। ਗੁਰੂ ਦੇ ਸ਼ਬਦ ਸਦਕਾ ਸੱਚ ਪਾਇਆ। ਸੱਚ ਮਤਲਬ ਪਰਮੇਸ਼ਵਰ, ਅਟਲ ਮਾਲਕ, ਉਹ ਸਦੀਵ ਰਹਿਣ ਵਾਲਾ ਪਾਇਆ, ਮਿਲ ਗਿਆ। ਉਹ ਕਰਦਾ ਕੀ ਹੈ? ਦੁੱਖ ਨਿਵਾਰਣ ਹਾਰ, ਦੁੱਖਾਂ ਨੂੰ ਖਤਮ ਕਰਨ ਵਾਲਾ ਉਹ। ਮਤਲਬ ਕਿ ਜਿੱਦਣ ਗੁਰੂ ਕੀ ਵਿਚਾਰਧਾਰਾ ਦਾ ਆਸਰਾ ਲੈ ਕੇ ਗੁਰ ਸ਼ਬਦੀ, ਗੁਰੂ ਦੇ ਸ਼ਬਦ ਸਦਕਾ, ਗੁਰੂ ਕੀ ਵਿਚਾਰਧਾਰਾ ਸਦਕਾ, ਗੁਰੂ ਕੇ ਉਪਦੇਸ਼ ਸਦਕਾ, ਜਾਂ ਇਉਂ ਕਹਿ ਲਈਏ ਕਿ ਜਿਸ ਦਿਨ ਦਾ ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਅਪਣਾਇਆ ਹੈ, ਜਿਸ ਦਿਨ ਦਾ ਗੁਰੂ ਦਾ ਉਪਦੇਸ਼ ਪੱਲੇ ਨਾਲ ਬੰਨਿਆ ਹੈ, ਉਸ ਦਿਨ ਕੀ ਹੋਇਆ? ਸੱਚ ਪਾਇਆ, ਸੱਚ ਮਿਲ ਗਿਆ। ਉਸ ਦਿਨ ਦਾ ਰੱਬ ਜੀ ਮਿਲ ਗਏ। ਤੇ ਜਿੱਦਣ ਦੇ ਰੱਬ ਜੀ ਮਿਲੇ ਨੇ, ਉਹ ਰੱਬ ਜੀ ਨੇ ਐਸੀ ਰਹਿਮਤ ਵਰਤਾਈ, ਉਹ ਦੁੱਖਾਂ ਨੂੰ ਨਿਵਾਰਨ ਵਾਲੇ ਸਨ, ਦੁੱਖ ਖਤਮ ਕਰਨ ਵਾਲੇ ਸੀ। ਜਿਸ ਦਿਨ ਦੇ ਪਰਮੇਸ਼ਵਰ ਮਿਲੇ, ਉਸ ਦਿਨ ਦਾ ਦੁੱਖ ਰਹਿ ਹੀ ਕੋਈ ਨਹੀਂ ਗਿਆ। ਉਹ ਨਿਵਾਰਨ ਵਾਲਾ ਹੈ। ਉਹਨੇ ਸਾਰੇ ਦੇ ਸਾਰੇ ਦੁੱਖ ਜੀਵਨ ਵਿੱਚੋਂ ਕੱਟ ਦਿੱਤੇ। ਧੰਨ ਗੁਰੂ ਹਰ ਰਾਏ ਸਾਹਿਬ ਜੀ ਦੀ ਜਦੋਂ ਜੀਵਨੀ ਪੜ੍ਹਦੇ ਆ ਆਪਾਂ, ਸਤਿਗੁਰੂ ਜੀ ਦਾ ਜੀਵਨ ਕਾਲ ਬਹੁਤਾ ਲੰਮੇਰਾ ਨਹੀਂ। 1630 ਤੋਂ ਜੀਵਨ ਕਾਲ ਦੀ ਆਰੰਭਤਾ ਹੁੰਦੀ ਤੇ 1661 ਤੱਕ ਜੀਵਨ ਕਾਲ ਚੱਲਦਾ। 31 ਕੁ ਸਾਲਾਂ ਦੀ ਉਮਰ, 31 ਤੋਂ 32 ਸਾਲ ਧੰਨ ਗੁਰੂ ਹਰ ਰਾਏ ਸਾਹਿਬ ਸਰੀਰਕ ਤੌਰ ਤੇ ਸਮਾਜ ਵਿੱਚ ਵਿਚਰਦੇ ਨੇ।
ਤਕਰੀਬਨ 14 ਕੁ ਸਾਲਾਂ ਦੀ ਉਮਰ ਐ ਜਿਸ ਦਿਨ ਧੰਨ ਗੁਰੂ ਹਰਿਰਾਏ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਜਾਂਦੇ ਔਰ 17 ਸਾਲ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਉਂਦੇ ਨੇ। 1630 ਤੋਂ ਜੀਵਨ ਦੀ ਆਰੰਭਤਾ ਹੁੰਦੀ ਹੈ ਬਾਬਾ ਗੁਰਦਿੱਤਾ ਜੀ ਦੇ ਘਰੇ, ਉਹਨਾਂ ਦੇ ਗ੍ਰਹਿ ਵਿਖੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਰੂਪ ਵਿੱਚ। ਗੁਰੂ ਹਰਿਰਾਏ ਸਾਹਿਬ ਜੀ ਦਾ ਜੀਵਨ ਜਿਹੜਾ ਉਹ ਚੱਲਿਆ, ਪ੍ਰਾਰੰਭ ਹੋਇਆ, ਅਵਤਾਰ ਲਿਆ ਉਹਨਾਂ 1630 ਵਿੱਚ। ਦਾਦੇ ਦੁਆਰਾ ਗੁਰੂ ਹਰਿਰਾਏ ਸਾਹਿਬ ਨੂੰ ਪ੍ਰੇਮ ਬਹੁਤ ਮਿਲਿਆ, ਗੁਰੂ ਹਰਗੋਬਿੰਦ ਸਾਹਿਬ ਨੇ ਬਹੁਤ ਪਿਆਰ ਦਿੱਤਾ। ਤਕਰੀਬਨ ਜਿਸ ਪਾਸੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਜਾਣਾ ਨਾ, ਤੇ ਨਾਲ ਗੁਰੂ ਹਰਿਰਾਏ ਸਾਹਿਬ ਨੂੰ ਲੈ ਕੇ ਜਾਂਦੇ ਸਨ। ਜਿਵੇਂ ਇਉਂ ਕਹਿ ਸਕਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਜਾਣਦੇ ਨੇ ਵੀ ਕੱਲ ਨੂੰ ਇਹ ਜ਼ਿੰਮੇਵਾਰੀ ਇਹਨੇ ਸਾਂਭਣੀ ਹੈ, ਤੇ ਅੱਜ ਇਹਨੂੰ ਸਾਰਾ ਮੁਆਇਨਾ ਕਰਕੇ ਦੱਸ ਦਈਏ ਜ਼ਿੰਮੇਵਾਰੀ ਸਾਂਭੀ ਦੀ ਕਿਵੇਂ ਹੈ, ਸਾਰਾ ਕੁਝ ਦਰਸਾਉਣਾ। ਇੱਕ ਪਿਤਾ ਵੱਲੋਂ ਆਪਣੇ ਪੁੱਤਰ ਨੂੰ ਹਰ ਕਾਰਜ ਵਿੱਚ ਨਾਲ ਲੈ ਕੇ ਜਾਣ ਦਾ ਮਤਲਬ ਕੀ ਹੈ? ਇਹੋ ਕਾਰਨ ਹੁੰਦਾ ਵੀ ਕੱਲ ਨੂੰ ਮੈਂ ਚਲੇ ਜਾਣਾ, ਮੇਰੇ ਮਗਰੋਂ ਸਾਰੀ ਜ਼ਿੰਮੇਵਾਰੀ ਇਹਨੇ ਸਾਂਭਣੀ ਹੈ, ਤੇ ਇਹਨੂੰ ਕੋਈ ਮੁਸ਼ਕਲ ਨਾ ਹੋਏ ਤੇ ਇਹ ਸਾਰੀ ਜ਼ਿੰਮੇਵਾਰੀ ਆਪੇ ਸਾਂਭ ਸਕੇ। ਕੋਈ ਬਿਜ਼ਨਸਮੈਨ ਹੈ, ਉਹ ਬਿਜ਼ਨਸਮੈਨ ਕੀ ਕਰਦਾ ਹੈ? ਜਦੋਂ ਵੇਖਦਾ ਵੀ ਪੁੱਤਰ ਨੇ ਹੋਸ਼ ਸਾਂਭ ਲਈ, ਉਹ ਆਪਣੀਆਂ ਪਾਰਟੀਆਂ ਕੋਲ ਲੈ ਕੇ ਜਾਂਦਾ ਵੀ ਨਾਲ ਚੱਲ ਪੁੱਤਰਾ ਤੂੰ ਵੀ। ਫਿਰ ਉਹਨਾਂ ਦੇ ਨਾਲ ਜਾਣ ਪਹਿਚਾਨ ਕਰਾ ਕੇ ਆਉਂਦਾ ਹੈ ਵੀ ਚੱਲ ਮੇਰੇ ਨਾਲ ਚੱਲ। ਉਹ ਪਾਰਟੀਆਂ ਨੂੰ ਦੱਸਦਾ ਹੈ ਵੀ ਆਹ ਮੇਰਾ ਪੁੱਤਰ ਹੈ, ਇਹਨੇ ਜ਼ਿੰਮੇਵਾਰੀ ਸਾਂਭਣੀ ਸਾਰੀ ਦੀ ਸਾਰੀ। ਹੁਣ ਸਾਰਾ ਕਾਰਜ ਮੈਂ ਇਹਦੇ ਮੋਢਿਆਂ ਤੇ ਸੁੱਟ ਦਿੱਤਾ। ਉੱਥੇ ਅਕਸਰ ਇਹ ਵਾਰਤਾਲਾਪ ਹੁੰਦੇ। ਉਹਦਾ ਕਾਰਨ ਕੀ ਹੈ? ਇਹੋ ਕਾਰਨ ਹੀ ਹੈ ਵੀ ਸਾਰੀ ਜ਼ਿੰਮੇਵਾਰੀ ਸਾਂਭਣੀ ਇਹਨੇ ਹੈ। ਵੀ ਮੈਂ ਜਿੰਨਾ ਢਾਂਚਾ ਖੜਾ ਕਰਨਾ ਸੀ ਕਰਤਾ, ਜਿੰਨਾ ਬਿਜ਼ਨਸ ਖੜਾ ਕਰਨਾ ਸੀ ਕਰਤਾ, ਹੁਣ ਵਧਾਵੇ ਤੇ ਘਟਾਵੇ ਉਹ ਇਹਦਾ ਹੀ ਹੈ। ਆਪਣੀ ਕੋਈ ਚਿੰਤਾ ਆਪਾਂ ਛੱਡਤੀ ਚਿੰਤਾ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਹਰਿਰਾਏ ਸਾਹਿਬ ਜੀ ਨੂੰ ਹਰ ਥਾਂ ਨਾਲ ਲੈ ਕੇ ਚੱਲਣਾ ਕਾਰਨ ਹੈ ਵੀ ਸਾਰੀ ਜ਼ਿੰਮੇਵਾਰੀ ਕੱਲ ਇਹਨਾਂ ਸਾਂਭਣੀ ਹੈ। ਸਿੱਖਾਂ ਦੀ ਸਹਾਇਤਾ ਕਿਵੇਂ ਕਰਨੀ, ਸਿੱਖਾਂ ਨੂੰ ਉਪਦੇਸ਼ ਕਿਵੇਂ ਦੇਣਾ, ਬਾਣੀ ਦਾ ਆਧਾਰ, ਬਾਣੀ ਦਾ ਆਸਰਾ ਕਿਵੇਂ ਦੇਣਾ, ਬਾਣੀ ਦਾ ਅਦਬ, ਬਾਣੀ ਦਾ ਸਤਿਕਾਰ ਕਿਵੇਂ ਕਰਨਾ, ਉਹ ਸਾਰਾ ਕੁਝ ਧੰਨ ਗੁਰੂ। ਇੱਥੋਂ ਤੱਕ ਕਿ ਬਗੀਚੇ ਵਿੱਚ ਟਹਿਲਣ ਵਕਤ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਿਰਾਏ ਸਾਹਿਬ ਨੂੰ ਨਾਲ ਲੈ ਕੇ ਚੱਲਦੇ ਨੇ। ਤੇ ਸੁਭਾਵਿਕ ਜਿਹੀ ਗੱਲ ਹੈ, ਜੇ ਨਾਲ ਲੈ ਕੇ ਚੱਲਦੇ ਨੇ ਤੇ ਵਿਚਾਰ ਚਰਚਾ ਵੀ ਹੁੰਦੀ ਹੋਏਗੀ। ਵਿਚਾਰ ਚਰਚਾ ਵੀ ਤੇ ਹੁੰਦੀ ਹੋਏਗੀ ਨਾ। ਦਾਦੇ ਦੀ ਪੋਤਰੇ ਦੀ ਆਪਸ ਵਿੱਚ ਗੱਲਬਾਤ ਵੀ ਤੇ ਹੁੰਦੀ ਹੋਏਗੀ। ਦਾਦਾ ਜੀ ਨੂੰ ਪੋਤਰਾ ਕਈ ਸਵਾਲ ਵੀ ਕਰਦਾ ਹੋਏਗਾ ਬਾਣੀ ਨੂੰ ਲੈ ਕੇ। ਕਈ ਸਵਾਲ ਕਰਦੇ ਹੋਣਗੇ ਵੀ ਦਾਦਾ ਜੀ ਤੁਸੀਂ ਸ਼ਸਤਰ ਧਾਰਨ ਕੀਤੇ ਨੇ, ਇਹਨਾਂ ਦਾ ਵੀ ਕਾਰਨ ਦੱਸੋ। ਤੁਸੀਂ ਆਪਣੇ ਕੋਲ ਇੰਨੀ ਸੈਨਾ ਰੱਖੀ ਹੈ, ਕਈ ਸਵਾਲ ਕਰਦਾ ਹੋਏਗਾ। ਹੋਣਗੇ ਗੁਰੂ ਹਰਿਰਾਏ ਸਾਹਿਬ ਜੀ ਪੋਤਰੇ ਰੂਪ ਵਜੋਂ, ਕਿਉਂਕਿ ਅਵਸਥਾ ਤੇ ਅਜੇ ਬਾਲਕਾਂ ਵਾਲੀ ਹੈ ਨਾ। ਫਿਰ ਦਾਦੇ ਦੁਆਰਾ ਜਵਾਬ ਵੀ ਦਿੱਤੇ ਜਾਂਦੇ ਹੋਣੇ ਵੀ ਕੀ ਕਾਰਨ ਹੈ, ਕਿਉਂ, ਕਾਹਦੇ ਵਾਸਤੇ, ਸਾਰਾ ਜਵਾਬ ਦਿੱਤੇ ਜਾਂਦੇ ਹੋਣਗੇ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੁਖਾਰਬਿੰਦ ਤੋਂ ਬਾਣੀ ਉਚਾਰਦੇ ਹੋਣਗੇ, ਗੁਰੂ ਹਰਿਰਾਏ ਸਾਹਿਬ ਫੇਰ ਸਵਾਲ ਕਰਦੇ ਹੋਣੇ ਵੀ ਆਹ ਸ਼ਬਦ ਆਪ ਜੀ ਨੇ ਉਚਾਰਿਆ, ਇਹਦਾ ਮਤਲਬ ਵੀ ਦੱਸੋ। ਗੁਰੂ ਹਰਿਰਾਏ ਸਾਹਿਬ ਆਪਣੇ ਮਨ ਦੇ ਕਈ ਵਲਵਲੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਰੱਖਦੇ ਹੋਣਗੇ। ਸੁਭਾਵਿਕ ਜਿਹੀ ਗੱਲ ਹੈ। 14 ਸਾਲਾਂ ਦੀ ਉਮਰ ਹੈ ਜਿਸ ਦਿਨ ਦਾਦਾ ਆਪਣੇ ਪੋਤਰੇ ਨੂੰ ਗੁਰਤਾ ਗੱਦੀ ਤੇ ਬਿਠਾ ਕੇ, ਇੱਕੋ ਘਰ ਜੇ, ਔਰ ਕਹਿ ਸਕਦੇ ਆ ਹੋਇਆ ਵੀ ਦੁਨੀਆ ਤੇ ਇੱਕੋ ਵਾਰੀ ਹੈ ਕਿ ਦਾਦਾ ਪੋਤੇ ਅੱਗੇ ਸਿਰ ਝੁਕਾ ਜਾਏ।
ਨਹੀਂ ਤੇ ਜੋ ਸਮਾਜ ਨੂੰ ਵੇਖਦੇ ਆ, ਸਮਾਜ ਅੰਦਰ ਜੋ ਸਮਾਜ ਦੇ ਹਾਲਾਤ ਔਰ ਨਿਯਮ, ਬਣਦਾ ਫਰਜ਼ ਪੋਤਰੇ ਦਾ ਹੀ ਹੈ ਕਿ ਉਹ ਦਾਦੇ ਅੱਗੇ ਸਿਰ ਨਵਾਏ, ਸਿਰ ਝੁਕਾਏ, ਅਦਬ ਕਰੇ, ਸਤਿਕਾਰ ਕਰੇ, ਦਾਦੇ ਦਾ ਰਿਸਪੈਕਟ ਕਰੇ। ਇੱਕ ਮੈਂ ਦੂਸਰਾ ਪੱਖ ਰੱਖਣ ਲੱਗਿਆ, ਕੋਈ ਨੀਵਾਂ ਜਾਂ ਉੱਚਾ ਨਹੀਂ ਵਿਖਾਉਣਾ ਮੇਰਾ ਮਕਸਦ, ਸਿਰਫ ਇੱਕ ਆਪਾਂ ਸਮਝਣ ਵਾਸਤੇ ਉਦਾਹਰਨ ਰੂਪ ਵਜੋਂ ਲੈ ਕੇ। ਪੋਤਰਾ ਗਲਤੀ ਕਰੇ, ਉਹਨੂੰ ਦਾਦੇ ਅੱਗੇ ਨਿਭਣਾ ਪਏਗਾ, ਪਿਤਾ ਅੱਗੇ ਨਿਭਣਾ ਪਏਗਾ। ਪੁੱਤਰ ਗਲਤੀ ਕਰੇ, ਪਿਤਾ ਅੱਗੇ ਨਿਭਣਾ ਪਏਗਾ। ਜੇ ਕਿਤੇ ਦਾਦਾ ਗਲਤੀ ਕਰ ਜਾਏ ਜਾਂ ਪਿਤਾ ਕੋਈ ਗੁਸਤਾਖੀ ਕਰੇ, ਸਮਾਜ ਹਾਮੀ ਨਹੀਂ ਭਰਦਾ ਕਿ ਹੁਣ ਤੁਸੀਂ ਮੁਆਫੀ ਮੰਗੋ। ਉੱਥੇ ਮੁਆਫੀ ਫਿਰ ਪੁੱਤਰ ਮੰਗੇਗਾ। ਹੁਣ ਮਕਸਦ ਇਹ ਨਹੀਂ ਵੀ ਪਿਤਾ ਜਾਂ ਦਾਦਾ ਮੁਆਫੀ ਮੰਗੇ, ਮਤਲਬ ਇਹ ਪੱਖ ਮੈਂ ਤਾਂ ਰੱਖਿਆ ਵੀ ਦਾਦਾ ਤੇ ਪਿਤਾ ਉਦੋਂ ਵੀ ਸਿਰ ਝੁਕਾਉਣ ਤੋਂ ਇਨਕਾਰੀ ਨੇ। ਤੂੰ ਛੋਟਾ ਹੈ, ਅਸੀਂ ਨਹੀਂ, ਤੂੰ ਸਾਡੇ ਅੱਗੇ ਨਿਭਣਾ ਹੈ। ਧੰਨ ਗੁਰੂ ਹਰਿਰਾਏ ਸਾਹਿਬ ਦਾ ਜੀਵਨ ਬੜਾ ਉੱਚਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜਾਣਦੇ ਨੇ, ਖੁਦ ਗੁਰੂ ਰੂਪ ਨੇ, ਖੁਦ ਗੁਰੂ ਨੇ, ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਸਾਰਾ ਕੁਝ ਸਮਝ ਗਏ, ਜਾਣ ਗਏ, ਜਾਂ ਮਾਲਕ ਜਾਣਦੇ ਨੇ ਕਿ ਗੁਰੂ ਜੋਤ ਇਸ ਅੰਦਰ ਟਿਕਣੀ ਹੈ, ਸਤਿਗੁਰੂ ਨੇ ਟਿਕਾਤੀ, ਗੁਰੂ ਜੋਤ ਟਿਕਾਈ। ਫਿਰ ਉਹ ਬਾਣੀ ਦੇ ਪਾਵਨ ਬੋਲ ਚੇਤੇ ਕਰੋ, ਤਖਤੈ ਉੱਪਰ ਸੋ ਬਖੈ, ਜੇ ਤਖਤੈ ਲਾਇਕ ਹੋਵੇ। ਗੁਰੂ ਹਰਿਰਾਏ ਸਾਹਿਬ ਨੂੰ ਬਿਠਾਇਆ। ਹੁਣ ਕੋਲੇ ਬਾਬਾ ਗੁਰਦਿੱਤਾ ਜੀ ਵੀ ਨੇ। ਉਹ ਸਮੇਂ ਮੁਤਾਬਕ ਜੋ ਇਤਿਹਾਸ ਦੇ ਪੰਨੇ ਪੜਾਂਗੇ ਤੇ ਬਾਬਾ ਗੁਰਦਿੱਤਾ ਜੀ ਚਲਾਣਾ ਕਰ ਗਏ। ਖਿਮਾ ਕਰਿਓ, ਸਮਾਂ ਕਾਲ ਵੱਖਰਾ ਹੈ। ਜਦੋਂ 14 ਸਾਲਾਂ ਦੇ ਗੁਰੂ ਹਰਿਰਾਏ ਸਾਹਿਬ ਹੁੰਦੇ ਤੇ ਬਾਬਾ ਗੁਰਦਿੱਤਾ ਜੀ ਉਦੋਂ ਪਹਿਲਾਂ ਚਲਾਣਾ ਕਰ ਗਏ। ਗੁਰੂ ਤੇਗ ਬਹਾਦਰ ਸਾਹਿਬ ਵੀ ਕੋਲੇ ਨੇ। ਗੁਰੂ ਸਾਹਿਬ ਜੀ ਦੇ ਬਾਕੀ ਅਟਲ ਰਾਏ ਤੇ ਬਾਬਾ ਗੁਰਦਿੱਤਾ ਜੀ ਤੋਂ ਇਲਾਵਾ ਸਾਹਿਬਜ਼ਾਦੇ ਕੋਲੇ ਮੌਜੂਦ ਨੇ। ਗੁਰਤਾ ਗੱਦੀ ਪੋਤਰੇ ਦੀ ਚੋਲੀ ਵਿੱਚ ਗੁਰੂ ਹਰਿਰਾਏ ਸਾਹਿਬ ਜੀ ਦੀ। ਹੁਣ ਇਹ ਨਹੀਂ ਵੀ ਗੁਰੂ ਤੇਗ ਬਹਾਦਰ ਸਾਹਿਬ ਉਦੋਂ ਤਖਤ ਦੇ ਉੱਤੇ ਬਿਠਾਉਣ ਦੇ ਲਾਇਕ ਨਹੀਂ, ਇਹ ਪੱਖ ਨਹੀਂ ਹੈ। ਉਹਨਾਂ ਦੀ ਜੋ ਕਾਰਗੁਜ਼ਾਰੀ ਹੈ ਜਾਂ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਹੈ, ਉਹ ਕਹਿ ਸਕਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਅਜੇ ਵਧੇਕ ਵੇਖੀ ਹੈ ਵੀ ਇਹਨਾਂ ਦੀ ਜ਼ਿੰਮੇਵਾਰੀ ਅਜੇ ਹੋਰ ਵਧੇਕ ਹੈ। ਇਸ ਕਰਕੇ ਉਹ ਗੁਰੂ ਹਰਿਰਾਏ ਸਾਹਿਬ ਨੂੰ ਗੁਰਤਾ ਗੱਦੀ ਦਿੰਦੇ। ਇਹ ਮਾਲਕ ਦਾ ਕੌਤਕ, ਉਹਨਾਂ ਦੀ ਖੇਡ ਹੈ। ਗੁਰੂ ਹਰਿਰਾਏ ਸਾਹਿਬ ਗੁਰਤਾ ਗੱਦੀ ਤੇ ਬੈਠੇ। ਗੁਰਤਾ ਗੱਦੀ ਤੇ ਬੈਠ ਕੇ ਮਾਲਕ ਪਾਤਸ਼ਾਹ ਜੀ ਨੇ ਬਾਣੀ ਦਾ ਅਦਬ ਕਰਨਾ, ਸਤਿਕਾਰ ਕਰਨਾ, ਗੁਰਬਾਣੀ ਦਾ ਉਪਦੇਸ਼ ਸਿੱਖਾਂ ਨੂੰ ਦੇਣਾ, ਕੁਦਰਤ ਦੀ ਸੰਭਾਲ ਕਰਨੀ, ਵਾਤਾਵਰਣ ਦੀ ਸੰਭਾਲ ਕਰਨੀ। ਉਹ ਸਾਰੇ ਉਪਦੇਸ਼ ਧੰਨ ਗੁਰੂ ਹਰਿਰਾਏ ਸਾਹਿਬ ਜੀ ਬਾਣੀ ਦੇ ਰਾਹੀਂ ਜਾਂ ਦਰ ਆਏ ਸਿੱਖਾਂ ਨੂੰ ਉਪਦੇਸ਼ ਰੂਪ ਵਜੋਂ ਦਿੰਦੇ ਨੇ। ਫਿਰ ਔਰੰਗਜ਼ੇਬ ਵੱਲੋਂ ਸਤਿਗੁਰੂ ਹਰਿਰਾਏ ਸਾਹਿਬ ਨੂੰ ਦਾਰਾ ਸ਼ਿਕੋਹ ਦੀ ਮਦਦ ਕਰਨ ਦੇ ਜ਼ੁਲਮ ਵਿੱਚ ਆਪਣੇ ਕੋਲ ਸੱਦਿਆ ਜਾਂਦਾ ਹੈ। ਸਤਿਗੁਰੂ ਇਨਕਾਰੀ ਹੁੰਦੇ ਨੇ। ਬਾਅਦ ਵਿੱਚ ਬਾਬਾ ਰਾਮ ਰਾਏ ਜੀ ਨੂੰ ਗੁਰੂ ਹਰਿਰਾਏ ਸਾਹਿਬ ਭੇਜਦੇ ਨੇ। ਉਹ ਉੱਥੇ ਜਾ ਕੇ ਆਪਣਾ ਕਰਮ ਕਰਦਾ। ਉਹਨੇ ਆਪਣਾ ਵੇਖਿਆ ਵੀ ਮੈਂ ਇਹਨਾਂ ਨਾਲ ਸੰਬੰਧ ਚੰਗੇ ਬਣਾ ਲਾਂ, ਇਹਨਾਂ ਨਾਲ ਸੰਬੰਧ ਚੰਗੇ ਬਣ ਜਾਣਗੇ ਤੇ ਮੇਰੇ ਹਾਲਾਤ ਵੀ ਬੜੇ ਵਧੀਆ ਬਣ ਜਾਣਗੇ। ਰਾਜੇ ਸਰਕਾਰੇ ਦਰਬਾਰੇ ਮੇਰੀ ਬਾਤ ਜਿਹੜੀ ਉਹ ਚੱਲੇਗੀ। ਤੇ ਉੱਥੇ ਉਹ ਗੁਰੂ ਕੇ ਸ਼ਬਦ ਦੀ ਨਰਾਦਰੀ ਕਰਦੇ। ਸਤਿਗੁਰੂ ਹਰਿਰਾਏ ਸਾਹਿਬ ਵੱਲੋਂ ਮੁੱਖ ਮੋੜ ਲਿਆ ਜਾਂਦਾ ਵੀ ਨਹੀਂ, ਨਾ ਤੂੰ ਸਾਡਾ ਤੇ ਨਾ ਅਸੀਂ ਤੇਰੇ। ਜਿਸ ਪਾਸੋਂ ਤੂੰ ਆਇਆ ਉਸੇ ਪਾਸੇ ਮੁੜ ਜਾ। ਅੱਜ ਤੋਂ ਬਾਅਦ ਜੇ ਤੂੰ ਗੁਰੂ ਨਾਨਕ ਦਾ ਨਹੀਂ ਬਣਿਆ ਤੇ ਤੂੰ ਸਾਡਾ ਨਹੀਂ ਬਣ ਸਕਦਾ। ਬਾਬਾ ਰਾਮ ਰਾਏ ਜੀ ਵਾਪਸ ਚਲੇ ਗਏ। ਫਿਰ ਤਖਤੇ ਉੱਪਰ ਸੋਭ ਹੈ, ਜੇ ਤਖਤੇ ਲਾਇਕ ਹੋਵੇ। ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੀ ਉਮਰ ਤਕਰੀਬਨ 5 ਸਾਲਾਂ ਦੀ ਹੈ ਜਿਸ ਦਿਨ ਸਤਿਗੁਰੂ ਹਰਿਰਾਏ ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਸੰਸਾਰ ਦੀ ਜ਼ਿੰਮੇਵਾਰੀ ਸੌਂਪ ਦਿੰਦੇ ਨੇ।
ਸਮਾਜ ਦੀ, ਦੁਨੀਆ ਦੀ ਜ਼ਿੰਮੇਵਾਰੀ ਸੌਂਪ ਦਿੰਦੇ। ਕਹਿ ਸਕਦੇ ਆ ਡੁੱਬਦਿਆਂ ਨੂੰ ਤਾਰਨ ਦੀ ਜ਼ਿੰਮੇਵਾਰੀ ਸੌਂਪ ਦਿੰਦੇ ਨੇ ਵੀ ਆਹ ਲਓ, ਅੱਜ ਤੋਂ ਆਹ ਕਾਰਜ ਤੁਸੀਂ ਕਰਨਾ ਹੈ, ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਤੁਸੀਂ ਨਿਭਾਉਣੀ ਹੈ। ਉਮਰ 5 ਸਾਲਾਂ ਦੀ ਹੈ ਸਰੀਰਕ ਤੌਰ ਤੇ, ਪਰ ਆਸਰਾ ਜੋਤ ਉਹੀ ਹੈ ਜੋ ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਪਾਤਸ਼ਾਹ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਤੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਵਿੱਚ ਸੀ। ਜਿਹੜੀ ਜੋਤ, ਉਹੀ ਜੋਤ ਹੁਣ ਕਾਇਆ ਬਦਲ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਹੈ। ਫਿਰ ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਉਸੇ ਜੋਤ ਤੇ ਉਸੇ ਜੁਗਤੀ ਦੇ ਨਾਲ ਫਿਰ ਉਹ ਕਾਰਜ ਜਿਹੜੇ ਗੁਰੂ ਨਾਨਕ ਸਾਹਿਬ ਕਰਦੇ ਨੇ, ਉਹ ਕਾਰਜ ਜਿਹੜੇ ਗੁਰੂ ਅੰਗਦ ਸਾਹਿਬ ਕਰਦੇ, ਗੁਰੂ ਅਮਰਦਾਸ ਸਾਹਿਬ ਜੀ ਕਰਦੇ, ਚੌਥੇ ਪਾਤਸ਼ਾਹ, ਪੰਜਵੇਂ, ਛੇਵੇਂ, ਸੱਤਵੇਂ ਪਾਤਸ਼ਾਹ ਦੁਆਰਾ ਜਿਹੜੇ ਕਾਰਜ ਹੋਏ, ਉਹਨਾਂ ਸਾਰੇ ਕਾਰਜਾਂ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਕਰਦੇ। ਕਈਆਂ ਦੇ ਸ਼ੰਕਿਆਂ ਨੂੰ ਨਿਵਰਤ ਕੀਤਾ, ਸਗੋਂ ਮਨਾਂ ਵਿੱਚ ਪਏ ਹੋਏ ਭੁਲੇਖੇ ਨਿਵਰਤ ਕੀਤੇ ਵੀ ਜਿਸ ਗੁਰਤਾ ਗੱਦੀ ਦੇ ਉੱਤੇ ਬਿਰਾਜਮਾਨ ਬੈਠੇ ਹਾਂ, ਉਸ ਗੁਰਤਾ ਗੱਦੀ ਦੇ ਉੱਤੇ ਉਮਰ ਦਾ ਤਕਾਜ਼ਾ ਨਹੀਂ, ਉਸ ਗੁਰਤਾ ਗੱਦੀ ਉੱਤੇ ਕੇਵਲ ਜ਼ਿੰਮੇਵਾਰ ਦਾ ਤਕਾਜ਼ਾ ਹੈ ਕਿ ਜ਼ਿੰਮੇਵਾਰੀ ਨਿਭਾ ਸਕਦੇ ਕਿ ਨਹੀਂ ਨਿਭਾ ਸਕਦੇ। ਮਨ ਵਿੱਚ ਸ਼ੰਕ, ਇਹੋ ਕਾਰਨ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬਾਲ ਗੁਰੂ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ, ਬਾਲਾ ਪ੍ਰੀਤਮ ਕਹਿ ਕੇ ਸੰਬੋਧਨ ਕੀਤਾ ਜਾਂਦਾ, ਕਿਉਂਕਿ ਸਰੀਰ ਕਰਕੇ ਉਹ ਬਾਲਕ ਅਵਸਥਾ ਹੈ। ਪਰ ਸਰੀਰ ਕਰਕੇ ਭਾਵੇਂ ਬਾਲਕ ਅਵਸਥਾ ਹੈ, ਦੁਨੀਆ ਅੱਜ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਅੱਗੇ ਸੀਸ ਨਵਾਉਂਦਿਆਂ ਆਖਦੀ ਹੈ, ਸ਼੍ਰੀ ਹਰਕ੍ਰਿਸ਼ਨ ਤੇ ਆਈਐ ਜਿਸ ਡਿਠੈ ਸਭ ਦੁੱਖ ਜਾਏ। ਸਤਿ ਸ੍ਰੀ ਅਕਾਲ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਾਬੇ ਨਾਨਕ ਜੀ ਦੇ ਜੋ ਸਿਧਾਂਤ ਸੀ ਉਹਨਾਂ ਤੇ ਪਹਿਰਾ ਦਿੰਦਿਆਂ ਲੋਕਾਈ ਦੀ ਸੇਵਾ ਕੀਤੀ, ਭਾਵੇਂ ਫਿਰ ਆਪਣੇ ਤਨ ਨੂੰ ਰੋਗ ਕਿਉਂ ਨਾ ਲੱਗ ਗਿਆ, ਸਤਿਗੁਰੂ ਜੀ ਨੇ ਉਹਦੀ ਵੀ ਪਰਵਾਹ ਨਾ ਕੀਤੀ। ਦਿਨ ਰਾਤ ਸਤਿਗੁਰੂ, ਕਿਉਂਕਿ ਗੁਰਤਾ ਗੱਦੀ ਦਾ ਮਕਸਦ ਕੇਵਲ ਇਹ ਨਹੀਂ ਸੀ ਵੀ ਗੁਰਤਾ ਗੱਦੀ ਤੇ ਬਹਿ ਗਏ, ਲੋਕਾਂ ਕੋਲੋਂ, ਸੰਗਤਾਂ ਕੋਲੋਂ ਨਮਸਕਾਰਾਂ ਕਰਵਾ ਲੀਆਂ ਤੇ ਬਸ, ਇਹ ਮਕਸਦ ਨਹੀਂ ਸੀ। ਗੁਰਤਾ ਗੱਦੀ ਦਾ ਮਕਸਦ ਹੈ ਕਿ ਜਿੱਥੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨੇ ਗੁਰੂ ਸਾਹਿਬ ਜੀ, ਉੱਥੇ ਹੁਣ ਚੱਲ ਕੇ ਆਈਆਂ ਸੰਗਤਾਂ ਨੂੰ ਉਪਦੇਸ਼ ਵੀ ਦੇਣਾ, ਚੱਲ ਕੇ ਆਈਆਂ ਸੰਗਤਾਂ ਨੂੰ ਬਾਣੀ ਦਾ ਆਧਾਰ ਦੇਣਾ, ਤੇ ਜੇ ਸੰਗਤਾਂ ਕੋਈ ਦੁੱਖ ਤੇ ਪੁਕਾਰ ਲੈ ਕੇ ਆਈਆਂ, ਉਹ ਕੱਲੀ ਸੁਣਨੀ ਨਹੀਂ, ਉਹਦੀ ਨਿਵਰਤੀ ਵੀ ਕਰਨੀ ਹੈ। ਤੇ ਉਹਦੀ ਨਿਵਰਤੀ ਕਰਨ ਵਾਸਤੇ ਫਿਰ ਆਪਣਾ ਆਪਾ ਕਿਉਂ ਨਾ ਵਾਰਨਾ ਪਏ, ਉਹਦੇ ਤੋਂ ਵੀ ਇਨਕਾਰੀ ਨਹੀਂ ਹੋਣਾ। ਔਰ ਚੇਤੇ ਰੱਖੀਏ, ਜਿੰਨਾ ਵੱਡਾ ਅਹੁਦਾ ਉਨੀ ਵੱਡੀ ਜ਼ਿੰਮੇਵਾਰੀ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕੋਲ ਜਿਹੜਾ ਉਸ ਵਕਤ ਅਹੁਦਾ ਗੁਰੂ ਹਰ ਰਾਏ ਸਾਹਿਬ ਨੇ ਦਿੱਤਾ, ਉਹ ਦੀਨ ਦੁਨੀਆ ਦੇ ਮਾਲਕ ਹੋਣ ਦਾ ਅਹੁਦਾ ਹੈ, ਦੀਨ ਦੁਨੀਆ ਦਾ ਬਾਦਸ਼ਾਹ ਹੋਣ ਦਾ ਅਹੁਦਾ ਹੈ। ਤੇ ਫਿਰ ਜ਼ਿੰਮੇਵਾਰੀ ਥੋੜੀ ਕਿਵੇਂ ਹੋ ਸਕਦੀ ਹੈ? ਫਿਰ ਸਾਰੇ ਪਾਸੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਤਕਰੀਬਨ 3 ਸਾਲ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨਿਭਾਈ। ਗੁਰਤਾ ਗੱਦੀ ਦੀ ਜ਼ਿੰਮੇਵਾਰੀ 3 ਸਾਲਾਂ ਦੇ ਵਿੱਚ ਨਿਭਾਉਂਦਿਆਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਈ ਪੂਰਨੇ ਸਮਾਜ ਵਾਸਤੇ ਫਿਰ ਪਾਏ। ਮਤਾ ਮਨਾਂ 'ਚ ਭੁਲੇਖਾ ਰੱਖਿਓ ਕਿ ਗੁਰੂ ਨਾਨਕ ਦੇ ਘਰ 'ਚ ਉਮਰ ਦਾ ਕੋਈ ਤਕਾਜ਼ਾ ਹੈ। ਜੇ ਸਤਿਗੁਰੂ ਜੀ ਨੇ ਬਾਣੀ ਦੇ ਰਾਹੀਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਨਾ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ, ਸਤਿਗੁਰੂ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਰੂਪ ਵਿੱਚ ਵਿਖਾਇਆ। ਤੇ ਜੇ ਗੁਰੂ ਸਾਹਿਬ ਜੀ ਬਾਣੀ ਦੇ ਰਾਹੀਂ ਇਸ ਗੱਲ ਦਾ ਪ੍ਰਗਟਾਵਾ ਕਰਦੇ ਨੇ ਵੀ ਕੇਵਲ ਰੱਬ ਜੀ ਦੇ ਪ੍ਰਤੀ ਅੰਦਰ ਪ੍ਰੇਮ ਤੇ ਪਿਆਰ ਹੋਣਾ ਚਾਹੀਦਾ, ਕਾਬਲਤਾ ਹੋਣੀ ਚਾਹੀਦੀ ਹੈ, ਸਰੀਰਕ ਉਮਰ ਕੋਈ ਬਹੁਤੀ ਮਾਇਨੇ ਨਹੀਂ ਰੱਖਦੀ, ਕਿਉਂਕਿ ਇੱਥੇ ਬਾਬੇ ਨਾਨਕ ਦੇ ਘਰ ਵਿੱਚ ਅਕਲਾਂ ਕਰਕੇ ਬੁੱਢੇ ਪਰਵਾਨੇ ਜਾਂਦੇ ਨੇ, ਸ਼ਕਲਾਂ ਕਰਕੇ ਬੁੱਢਿਆਂ ਨੂੰ
ਕਦੇ ਪ੍ਰਵਾਨਗੀ ਨਹੀਂ ਮਿਲੀ। ਜੇ ਅਕਲ ਕਰਕੇ ਬਜ਼ੁਰਗ ਹਾਂ ਤੇ ਫਿਰ ਪ੍ਰਵਾਨਗੀ ਹੈ, ਜੇ ਸ਼ਕਲ ਕਰਕੇ ਬਜ਼ੁਰਗ ਹੋਏ ਆ ਤੇ ਫਿਰ ਸਤਿਗੁਰੂ ਜੀ ਕਦੇ ਪ੍ਰਵਾਨਗੀ ਨਹੀਂ ਦਿੰਦੇ। ਇੱਥੇ ਪ੍ਰਵਾਨਗੀ ਅਕਲਾਂ ਕਰਕੇ ਬਜ਼ੁਰਗਾਂ ਨੂੰ ਹੈ। ਗੁਰੂ ਸਾਹਿਬ ਜੀ ਨੇ ਅੱਜ ਦੇ ਪਾਵਨ ਬਚਨਾਂ ਰਾਹੀਂ ਕਹਿੰਦੇ ਗੁਰ ਸ਼ਬਦੀ ਸੱਚ ਪਾਇਆ, ਗੁਰੂ ਦੇ ਸ਼ਬਦ ਰਾਹੀਂ ਸੱਚ ਪਾ ਲਿਆ, ਦੁਖ ਨਿਵਾਰਨ ਹਾਰ। ਸਦਾ ਸਦਾ ਸਾਚੇ ਗੁਣ ਗਾਵਹਿ, ਸਾਚੈ ਨਾਏ ਪਿਆਰ। ਹੁਣ ਉਹ ਜਿਹੜੇ ਰੱਬੀ ਪਿਆਰੇ ਨੇ ਉਹ ਕੀ ਕਰਦੇ ਨੇ? ਸਤਿਗੁਰੂ ਜੀ ਆਖਦੇ ਕਹਿੰਦੇ ਸਦਾ ਸਦਾ ਸਾਚੇ ਗੁਣ ਗਾਵੇ। ਜਿਨ੍ਹਾਂ ਨੇ ਆਨੰਦ ਮਾਣਿਆ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਸੱਚ ਨੂੰ ਪਾਇਆ, ਉਹ ਕੀ ਕਰਦੇ ਨੇ? ਹਮੇਸ਼ਾ ਸੱਚੇ ਦੇ ਗੁਣਾਂ ਨੂੰ ਗਾਉਂਦੇ ਨੇ। ਸਾਚੇ ਨਾਏ ਪਿਆਰ, ਤੇ ਸੱਚੇ ਨਾਮ ਦੇ ਨਾਲ ਆਪਣਾ ਪਿਆਰ ਬਣਾਈ ਰੱਖਦੇ ਹਨ। ਕਿਰਪਾ ਕਰ ਕੈ ਆਪਣੀ, ਦੇ ਤੋਨ ਭਗਤ ਭੰਡਾਰ। ਤੇ ਪਹਿਲੇ ਪਦੇ ਦੀ ਸਮਾਪਤੀ ਤੇ ਸਤਿਗੁਰੂ ਜੀ ਆਖਦੇ ਕਿਰਪਾ ਕਰਕੇ ਆਪਣੀ। ਫਿਰ ਉਹ ਰੱਬ ਜੀ ਵੀ ਅੱਗੋਂ ਬਖਸ਼ਿਸ਼ ਵਰਤਾਉਂਦੇ। ਉਹ ਬਖਸ਼ਿਸ਼ ਜਦੋਂ ਵਰਤਾਉਂਦੇ ਨੇ ਤੇ ਕੀ ਕਰਦੇ? ਦਿੱਤੋਨ, ਉਹਨਾਂ ਨੇ ਦਿੱਤਾ। ਫਿਰ ਕੀ? ਭਗਤ ਭੰਡਾਰ, ਭਗਤੀ ਦਾ ਖਜ਼ਾਨਾ, ਜਿਹਨੂੰ ਸਤਿਗੁਰੂ ਜੀ ਆਖਦੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਫਿਰ ਉਹ ਖਜ਼ਾਨਾ ਮਿਲਿਆ ਜਿਹੜਾ ਗੁਰੂ ਅਰਜਨ ਸਾਹਿਬ ਕਹਿੰਦੇ ਤਿਚਰ ਮੂਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ। ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਕਰ ਕਿਰਪਾ, ਕਹਿੰਦੇ ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਭੰਡਾਰ। ਉਹਨੇ ਭਗਤੀ ਦਾ ਭੰਡਾਰਾ ਖਜ਼ਾਨਾ ਆਪ ਤਰੁੱਠ ਕੇ ਫਿਰ ਉਹਨਾਂ ਜੀਵਾਂ ਦੀ ਝੋਲੀ ਵਿੱਚ ਪਾਇਆ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦਾ ਆਨੰਦ ਮਾਣਿਆ, ਗੁਰੂ ਕੇ ਸ਼ਬਦ ਦਾ ਆਧਾਰ ਲਿਆ, ਗੁਰੂ ਕੇ ਸ਼ਬਦ ਆਧਾਰ ਉੱਤੇ, ਆਸਰੇ ਉੱਤੇ ਸੱਚੇ ਦੇ ਗੁਣਾਂ ਨੂੰ ਗਾਵਿਆ ਔਰ ਸੱਚੇ ਦੇ ਗੁਣਾਂ ਵਿੱਚ ਸਮਾ ਗਏ। ਉਹਨਾਂ ਫਿਰ ਭਗਤੀ ਦਾ ਖਜ਼ਾਨਾ ਹਾਸਲ ਕੀਤਾ। ਇਸ ਲਈ ਨਿਤਾ ਪ੍ਰਤੀ ਕਿਤੇ ਆਪਾਂ ਵੀ ਸਾਹਿਬ ਅੱਗੇ ਅਰਜ਼ੋਈਆਂ ਕਰਨੀਆਂ ਸਿੱਖ ਲਈਏ ਕਿ ਮਾਲਕ ਜੀ ਰਹਿਮਤ ਕਰੋ, ਸਾਡੇ ਸਿਰਾਂ ਉੱਤੇ ਵੀ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖੋ ਤੇ ਕਿਰਪਾ ਕਰੋ। ਆਪਣੀ ਭਗਤੀ ਲਾਏ, 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 ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ, ਪਰਿਆ ਤਉ ਸਰਨਾਏ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, 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 ਆਪਣੀ
ਭਗਤੀ ਲਾਏ ਆਪਣੀ ਭਗਤੀ ਲਾਏ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਦੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ। ਅਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।